in Punjabi context the Psalm of Asif series and ਅੱਜ ਚੌਥੇ ਐਪੀਸੋਡ ਵਿੱਚ ਅਸੀਂ Psalm 75 ਨੂੰ ਕਵਰ ਕਰਾਂਗੇ ਐਂਡ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਰੇ ਐਪੀਸੋਡਸ ਨੂੰ ਦੇਖਦੇ ਤੇ ਸਾਡੇ ਨਾਲ ਇੰਗੇਜ ਕਰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦੀ ਕਿ ਤੁਸੀਂ ਆਪਣੇ ਸਵਾਲ ਆਪਣੇ ਕਮੈਂਟਰੀ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਐਂਡ ਅੱਜ ਸਾਡੇ ਵਿੱਚ ਆਂਟੀ ਜੋਤੀ ਆਂਟੀ ਸਿੰਬਲ ਐਂਡ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਰਿਫਲੈਕਸ਼ਨ ਦੇਣਗੇ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲੀਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ आओ असी अपने सरां नूं झुकाइए ते खुदा दी हजूरी दे विच जाइए खुदावंद तेरा शुक्र करदे हां दिन पर दी हिफाजत निगहबानी दे लई और इस मौके दे लई जो तू साडी जिंदगी च सानू दिता कि असी मिल बैठ के तेरे नां दी हमदो सिताइश कर सकीए खास तौर पे अज दे ज़बूर दे लई खुदावंद जेड़ा कि जिसका नंबर 75वां है उस दे विचों खुदावंद तेरा खादम जो कुछ भी सानू आवे उसनू अपनी जिंदगी दे विच लैके चलण वाले होइए ये सब कुछ मंगदे हैं तेरे बेटे अपने नजादा यीशु नासरी दे जलाली ते पुत्र नाम च सुन आमीन थैंक यू अंकल जोशुआ आओ हुण ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਆਂਟੀ ਸਿੰਬਲ ਤੇ ਅੰਕਲ ਜੋਸ਼ੁਆ ਦੇ ਨਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਜਿੰਨੇ ਵੀ ਇਸ ਵਕਤ ਸਾਨੂੰ ਆਨਲਾਈਨ ਦੇਖ ਰਹੇ ਹਨ ਔਰ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਅੱਜ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਹਾਜ਼ਰ ਹੋਏ ਹਾਂ ਅੱਜ ਅਸੀਂ ਪੜਾਂਗੇ ਜ਼ਬੂਰ 75 ਪਰਮੇਸ਼ਵਰ ਦਾ ਨਿਆਂ ਸੰਗੀਤ ਦਲ ਦੇ ਆਗੂ ਲਈ ਨਾਸ਼ ਨਾ ਕਰੋ ਦੇ ਅਨੁਸਾਰ ਆਸਾਫ ਦਾ ਭਜਨ ਹੈ ਇਹਦੀ ਮੈਂ ਪਹਿਲੀ ਆਇਤ ਪੜਾਂਗੀ हे परमेश्वर ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਹਰ ਸਮੇਂ ਸਾਡੇ ਨੇੜੇ ਹੈ ਲੋਕ तेरे अद्भुत ਕੰਮਾਂ ਬਾਰੇ ਜਾਣਦੇ ਹਨ जद मैं ठहराए हुए वेले नू अपड़ांगा तां मैं ठीक न्याय करांगा जमीन और उसके सब बाशिंदे गुदाज हो गए हैं मैंने उसके सतूनों को कायम कर दिया है मैं हंकारियां नू कहा हंकार ना करो अते दुष्टां नू कहा पशुआं दी तरह ना बनो अपना सिंह उतां नू उठाओ ना ढीठपुणे दियां गल्लां करो क्योंकि सरफराजी ना तो मशरिक से ना मगरिब से और ना जनूब से आती है परमेश्वर दे हाथ विच एक कटोरा है वो अंगूरी में नाल मूहों मूह भरिया पिया है वो उस विचों एक बूंद हेठ डोलेगा तां धरती दे सब दुष्ट लोग उस नूं पूरी तरह नाल पी लैणगे पर मैं सदा तक दसदा रहांगा मैं याकूब दे परमेश्वर लई भजन गावांगा कौन सी आयत पढ़ी है ब्रदर जोशुआ आपने मैंने 9वीं पढ़ी है और आपने आखिरली वाली पढ़ी और मैं शरीरों के सब सींग काट डालूंगा लेकिन साधकों के सींग ऊंचे किए जाएंगे खुदावंद के पाक कलाम के पढ़े और सुने जाने पर उसकी बरकत हो आमीन Thank you scripture reading ਲਈ ਆਓ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ जी बहुत बहुत शुक्रिया एंजल और सिस्टर ज्योति सिस्टर सिंबल और अंकल जोशुआ और साडे कोल तुहां वेख्या कि 3 जे ने साडे कोल अंकल जोशुआ ने ज्योति है ते नहीं 2 जे आ ठीक मेरे को गलती हो गई है ओके एनीवे सो और सारी टीम जिहड़ी खुदा दा शुक्र है कि असी इस वेले 3 ज़बानां या कम से कम 2 या 3 ज़बानां जिहड़े साडे खित्ते च इंडियन पाकिस्तानी सब कॉन्टिनेंट बोलियां जांदियां ने ਅਸੀਂ ਉਹਨੂੰ ਰਿਫਲੈਕਟ ਕਰ ਰਹੇ ਹਾਂ ਔਰ ਅੱਜ ਜ਼ਬੂਰ ਨੰਬਰ 75 ਤੇ ਅਸੀਂ ਪਹੁੰਚੇ ਹਾਂ ਔਰ ਜ਼ਬੂਰ ਨੰਬਰ 75 ਇਸ ਲਈ ਬੜਾ ਇੰਪੋਰਟੈਂਟ ਜ਼ਬੂਰ ਹੈ ਕਿ ਜਿਹੜੇ ਆਸਫ ਦੇ ਜਿੰਨੇ ਮਜ਼ਾਮੀਰ ਨੇ ਉਹਨਾਂ ਦੇ ਵਿੱਚ ਜਿਹੜੀ ਖੁਦਾ ਦੀ ਜਿਹੜੀ ਅਦਾਲਤ ਹੈ ਖੁਦਾ ਦੀ ਜਜਮੈਂਟ ਜਿਹੜੀ ਹੈ ਜਜਮੈਂਟ ਸੀਟ ਜਿਹੜੀ ਹੈ ਖੁਦਾ ਦੀ ਠੀਕ ਹੈ ਉਹਨੂੰ ਪੇਸ਼ ਕੀਤਾ ਗਿਆ ਵੇ ਲੇਕਿਨ ਸਿਰਫ ਜਜਮੈਂਟ ਸੀਟ ਨਹੀਂ ਹੈ ਬਲਕਿ ਇਹ ਜ਼ਬੂਰ ਦੀ ਇੱਕ ਹੋਰ ਵੱਡੀ ਇੰਪੋਰਟੈਂਸ ਹੈ ਕਿ ਜਿਹੜਾ ਸਾਨੂੰ ਇਹ ਦੱਸਦਾ ਵੇ ਕਿ किंग्स या पावर या पोजीशंस ਜਿਹੜੀਆਂ ਨੇ ਉਹ ਦਰਅਸਲ ਉਹਦੇ ਪਿੱਛੇ ਕਿੰਗ ਮੇਕਰ ਜਿਹੜਾ ਵੇ ਉਹ ਅਸਲ ਕੰਮ ਕਰਦਾ ਹੈ ਔਰ ਉਹ ਖੁਦਾ ਦੀ ਜ਼ਾਤ ਹੈ ਉਹ ਅਸੀਂ ਅੱਜ ਡਾਈਵ ਇਨ ਕਰਾਂਗੇ ਇਹਦੇ ਵਿੱਚੋਂ ਥੋੜੇ ਦੇਰ ਲਈ ਵੇਖਾਂਗੇ ਸਾਡੇ ਕੀ ਕਨਸੈਪਟਸ ਕਿਹੜੇ ਨੇ ਲੇਕਿਨ ਆਈਏ ਅਸੀਂ ਜ਼ਬੂਰ ਦੇ ਸਰਨਾਮੇ ਤੇ ਚੱਲਦੇ ਹਾਂ ਜਿਵੇਂ ਜ਼ਬੂਰ 75 ਦਾ ਸਰਨਾਮਾ ਤੁਸੀਂ ਵੇਖਿਆ ਵੇ
ਕਿ ਲਿਖਿਆ ਜੀ ਕਿ ਜਿਹੜਾ ਵੇ ਆਗੂ ਕੀ ਸੰਗੀਤ ਦਲ ਪੜ੍ਹਦੇ ਹੋ ਨਾ ਤੁਸੀਂ ਪੰਜਾਬੀ ਚ, ਕੀ ਹੈ ਜੀ? ਹਾਂਜੀ, ਸੰਗੀਤ ਦਲ ਦੇ ਆਗੂ ਲਈ। ਸੰਗੀਤ ਦਲ ਦੇ ਆਗੂ ਲਈ, ਵਾਹ ਮਤਲਬ ਜੀ ਤੁਹਾਨੂੰ ਪਤਾ ਫਰੇਜ਼ ਨਾ ਪੰਜਾਬੀ, ਆਈ ਲਵ ਇਟ, ਮਤਲਬ ਜਿਹੜਾ ਵੇ ਨਾ ਕਿ ਸੰਗੀਤ ਦਲ ਦੇ ਆਗੂ ਲਈ। ਔਰ ਇੱਥੇ ਵੇਖੋ ਜਿਹੜਾ ਸਾਡੇ ਕੋਲ ਉਰਦੂ ਤਰਜਮਾ ਵੇ ਨਾ, ਇਹਦੇ ਵਿੱਚ ਉਹਨਾਂ ਡਾਇਰੈਕਟ ਹਿਬਰੂ ਟਰਮ ਲਿਖੀ ਹੋਈ ਹੈ ਔਰ ਉਹਨੂੰ ਕਿਹਾ ਵੇ ਅਲ ਤਸ਼ਖੀਤ ਕੇ ਸੁਰ ਪਰ। ਠੀਕ ਹੈ ਅੰਕਲ ਜੋਸ਼ੂਆ, ਤੁਹਾਡੇ ਕੋਲ ਸਰਨਾਮਾ ਕੀ ਹੈ ਜ਼ਬੂਰ 75 ਦਾ? ਸੁਰਪਤੀ ਲਈ ਅਬਨਾਸੀ ਰਾਗ ਉੱਤੇ ਆਸਫ ਦਾ ਭਜਨ ਗੀਤ। ਉਹ ਤੇਰਾ ਭਲਾ ਐ ਉਹਨੇ ਕੀ ਕਿਹਾ, ਕਿਹੜੇ ਰਾਗ ਤੇ? ਅਬਨਾਸੀ। ਐ ਅਬਨਾਸੀ ਕੀ ਹੁੰਦਾ, ਮੈਨੂੰ ਸਮਝਾਓ ਜ਼ਰਾ, ਪਤਾ ਜੇ ਲਫ਼ਜ਼ ਕੀ ਹੈ? ਨਾ ਭਾਜੀ ਨਹੀਂ ਪਤਾ। ਓਕੇ, ਨਾਓ ਦਿਸ ਇਜ਼ ਇੰਟਰਸਟਿੰਗ ਅੰਕਲ ਜੀ, ਦਿਸ ਇਜ਼ ਇੰਟਰਸਟਿੰਗ। ਦੇਖੋ ਮੇਰੇ ਕੋਲ, ਤੁਹਾਡੇ ਕੋਲ ਅਬਨਾਸੀ ਹੈ ਜਿਹੜਾ ਕਿ ਤੁਹਾਡੇ ਕੋਲ ਜਿਹੜੀ ਬਾਈਬਲ ਹੈ ਗੁਰਮੁਖੀ ਹੈ ਨਾ? ਗੁਰਮੁਖੀ ਦੀ ਹੈ ਜੀ। ਸਿਸਟਰ ਜੋਤੀ, ਤੁਹਾਡੇ ਕੋਲ ਜਿਹੜੀ ਹੈ ਕਿਹੜੀ ਲੈਂਗੁਏਜ ਹੈ, ਗੁਰਮੁਖੀ ਹੈ ਕੀ ਹੈ? ਗੁਰਮੁਖੀ ਆ, ਪਰ ਪਿਓਰ ਜਿੱਦਾਂ ਆਪਾਂ ਅੱਜ ਕੱਲ ਗੱਲ ਕਰਦੇ ਆ ਇਹ ਪੰਜਾਬੀ ਲੈਂਗੁਏਜ। ਓਕੇ, ਮਾਡਰਨ, ਥੋੜਾ ਜਿਹਾ ਕਰੰਟ ਅਪਡੇਟਡ ਵਰਜ਼ਨ। ਓਕੇ ਅੰਕਲ ਜੀ, ਨਾਓ ਹੇਅਰ ਇਜ਼ ਅ ਕੈਚ। ਦਿਲਚਸਪ ਗੱਲ ਤੁਹਾਨੂੰ ਦੱਸਣ ਲੱਗਾ ਮੈਂ, ਸਿਰਫ ਇਸ ਸਰਨਾਮੇ ਉੱਤੇ। ਠੀਕ ਹੈ, ਲਫ਼ਜ਼ ਆਪਣਾ ਦੁਬਾਰਾ ਬੋਲਿਓ, ਅਬਨਾਸੀ ਕੀ ਹੈ? ਹਾਂਜੀ, ਅਬਨਾਸੀ ਰਾਗ। Okay, Abnasi Rag. Interestingly, note that point. Abnasi Rag. Okay. ਮੇਰੇ ਕੋਲ ਉਰਦੂ ਔਰ ਫਾਰਸੀ ਤਰਜਮੇ ਦੇ ਵਿੱਚ ਜਿਹੜਾ ਵੇ, ਕਿਉਂਕਿ that is more closer to Hebrew, okay, Arabic ਔਰ Persian, ਸਾਡੇ ਕੋਲ ਜਿਹੜਾ ਤਰਜਮਾ ਵੇ that is original Hebrew word मीर मुगन्नी के लिए अल तशखीत के सुर पर, okay, अबनासी राग पर अल तशखीत के सुर पर। Now here go, ਤੁਹਾਨੂੰ ਸਿਸਟਰ ਜੋਤੀ ਦੀ ਬਾਈਬਲ ਜਿਹੜੀ ਹੈ ਨਾ ਉਹ ਇਹਦਾ ਤਰਜਮਾ ਕਰਕੇ ਦੇ ਰਹੀ ਹੈ। ਹਾਂਜੀ, ਪੜ੍ਹੋ ਜ਼ਰਾ ਤਰਜਮਾ ਕੀ ਹੈ ਤੁਹਾਡੇ ਕੋਲ। ਸੰਗੀਤ ਦਲ ਦੇ ਆਗੂ ਲਈ ਨਾਸ਼ ਨਾ ਕਰੋ ਦੇ ਅਨੁਸਾਰ ਅਸਾਫ ਦਾ There you go. ਪਾਸਟਰ ਜੀ ਜਿਹੜਾ ਅਬਿਨਾਸ਼ੀ ਹੈ, ਇਹ ਨਾਸ਼ ਨਾ ਕਰੋ, ਮਤਲਬ ਨਾਸ਼ ਨਾ ਹੋਣਾ। That's what I'm trying to say. ਠੀਕ ਹੈ ਕਿ ਨਾਸ਼ ਨਾ ਕਰ ਯਾਨੀ ਤਬਾਹ ਨਾ ਕਰ, do not destroy. Okay, ਮੈਂ ਨਾ ਅੱਜ ਸਵੇਰੇ ਮੇਰਾ ਇੱਕ ਇੰਟਰਵਿਊ ਸੀ, ਆਇਰਿਸ਼ ਲੇਡੀ ਇੱਕ ਕਰਨ ਲਈ ਸੀ, ਆਇਰਲੈਂਡ ਤੋਂ, ਬੈਲਫਾਸਟ ਤੋਂ, ਔਰ ਉਹ ਨਾ ਜ਼ਬੂਰਾਂ ਤੇ ਆਪਣਾ ਪੋਡਕਾਸਟ ਕਰਦੀ ਹੈ। ਉਹਨੂੰ ਮੈਂ ਜਦੋਂ ਸਮਝਾਇਆ ਨਾ ਪੰਜਾਬੀ ਜ਼ਬੂਰ ਕੀ ਨੇ, ਰਾਗਦਾਰੀ ਕੀ ਹੈ, ਆਂਦੇ ਜੀ ਮੈਨੂੰ ਰਾਗ ਸਮਝਾ ਜ਼ਰਾ ਕੀ ਹੈ, ਵਾਟ ਇਜ਼ ਰਾਗਾ। ਮੈਂ ਕਿਹਾ ਤੂੰ ਹੁਣ ਆਇਰਿਸ਼ ਬੀਬੀਆਂ ਤੇ ਮੈਂ ਰਾਗ ਕਿਵੇਂ ਸਮਝਾਵਾਂ ਕੀ ਹੈ ਹੁਣ। ਵੈਲ ਆਈ ਟਰਾਈ ਮਾਈ ਲੈਵਲ ਬੈਸਟ ਕਿ ਮੈਂ ਸਮਝਾਵਾਂ ਕਿ ਮਾਡਰਨ ਵੈਸਟਰਨ ਸਕੇਲ ਕੀ ਹੁੰਦੇ ਨੇ ਔਰ ਅਸੀਂ ਜਿਹੜੇ ਆ, ਲੇਕਿਨ ਮੋਸਟਲੀ ਰਾਗ ਇਜ਼ ਮੋਰ ਬੇਸਡ ਟੂ ਇਮੋਸ਼ਨ। ਠੀਕ ਹੈ, ਔਰ ਉਹਨੂੰ ਮੈਂ ਨਾ ਫਿਰ ਪੂਰੀਆ ਧਨਾਸਰੀ ਰਾਗ ਦਾ ਕਨਸੈਪਟ ਦੱਸਿਆ ਕਿ ਪੂਰੀਆ ਧਨਾਸਰੀ ਇਜ਼ ਅ ਹੌਂਟਡ ਰਾਗ ਆ। ਠੀਕ ਹੈ ਨਾ, ਔਰ ਉਹਦੇ ਵਿੱਚ ਜਿਹੜੇ ਨਾ ਜਿਹੜੇ ਰਾਗ ਆ, ਜਿਹੜੇ ਗੀਤ ਜ਼ਬੂਰ ਨੇ, ਜਿਵੇਂ ਕਿੱਥੋਂ ਗੀਤ ਸੁਣਿਆ ਹੋਣਾ ਹੈ, ਤੋਰੀ ਜੈ 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 ਮਹਾਰਾਜ। ਠੀਕ ਹੈ ਨਾ, ਔਰ ਪ੍ਰਭੂ ਜੈ 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 ਮਹਾਰਾਜ, ਪਲੱਸ ਅਸਾਂ ਹੋਰ ਵੀ ਗੀਤ ਸੁਣਨੇ, ਜਿਵੇਂ ਇੱਕ ਹੋਰ ਗੀਤ ਹੈ ਉਹ ਲੇਕਿਨ ਉਹਦੇ ਵਿੱਚ ਸ਼ਿਵ ਰੰਜਨੀ ਵਿੱਚ ਉਹਨੂੰ ਸਾਡੇ ਪਾਕਿਸਤਾਨ ਵਿੱਚ ਸਿੰਧੜਾ 5 ਨੋਟ ਦਾ ਰਾਗ ਕਹਿੰਦੇ ਨੇ। ਉਹ ਜਿੰਨੇ ਇੰਡੀਆ ਪਾਕਿਸਤਾਨ ਦੇ ਜਿੰਨੇ ਦੁਖੀ ਗਾਣੇ ਨਾ ਫਿਲਮਾਂ ਦੇ, ਉਹ ਮੋਸਟਲੀ ਉਸ ਰਾਗ ਦੇ ਵਿੱਚ ਨੇ। ਠੀਕ ਹੈ ਨਾ, ਮਤਲਬ ਲਤਾ ਦਾ ਗਾਣਾ ਆਇਆ ਸੀ, ਇੱਕ ਬਾਰ ਚਲੇ ਆਓ। ਠੀਕ ਹੈ ਨਾ, ਉਹ ਵੀ ਗਾਣਾ ਉਸੇ ਰਾਗ ਦੇ ਵਿੱਚ। ਫਿਰ ਸ਼ਸ਼ੀ ਕਪੂਰ ਦਾ ਇੱਕ ਗਾਣਾ ਸੀ, ਕੀ ਸੀ ਉਹ, ਦਿਲ ਕੇ ਝਰੋਕੇ ਮੈਂ ਤੁਝਕੋ ਬਿਠਾ ਕੇ, ਇਹ ਵੀ ਉਸੇ ਰਾਗ ਦੇ ਵਿੱਚ। ਠੀਕ ਹੈ, ਜਿਹੜਾ ਸਾਡਾ ਗੀਤ ਹੈ ਨਾ, ਤੇਰਾ ਫਜ਼ਲ ਮੇਰੇ ਲਈ ਕਾਫੀ ਹੈ, ਤੇਰਾ ਫਜ਼ਲ ਮੇਰੇ ਲਈ ਕਾਫੀ ਹੈ, that same raga. So that's the same scale. ਭਾਵੇਂ ਉਹ ਕ੍ਰਿਸਚਨ ਹੈ, ਹਿੰਦੂ ਹੈ, ਮੁਸਲਮ ਹੈ, ਫਿਲਮ ਇੰਡਸਟਰੀ ਹੈ, ਭਾਵੇਂ ਉਹ ਸਟੇਜ ਇੰਡਸਟਰੀ ਹੈ, ਕਨਸਰਟ ਇੰਡਸਟਰੀ ਹੈ, entertainment industry ਹੈ, whatever industry, they all pick the same ragas, the same scales. ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਟੈਕਸਟ ਕਿਹੜਾ ਯੂਜ਼ ਕਰਦੇ ਹੋ, ਬਾਈਬਲ ਦਾ ਟੈਕਸਟ ਯੂਜ਼ ਕਰਦੇ ਹੋ, ਮਜ਼ਹਬੀ ਗੀਤ ਯੂਜ਼ ਕਰਦੇ ਹੋ, ਭਜਨ ਯੂਜ਼ ਕਰਦੇ ਹੋ, ਗੁਰੂ ਗ੍ਰੰਥ ਯੂਜ਼ ਕਰਦੇ ਹੋ, ਜਾਂ whatever religion you belong to, ਤੁਸੀਂ ਜਿਹੜਾ ਮਰਜ਼ੀ ਯੂਜ਼ ਕਰੋ, ਲੇਕਿਨ ਇੰਡੀਆ ਪਾਕਿਸਤਾਨ ਦੇ ਕੰਟੈਕਸਟ ਵਿੱਚ ਰਾਗ ਸੇਮ ਚੁਣੇ ਜਾਂਦੇ। ਠੀਕ ਹੈ, ਸੋ ਦੈਟਸ ਵਾਟ ਆਈ ਰਿਲੇਟ। ਸੋ ਅਲ ਤਸ਼ਖੀਤ ਕੇ ਸੁਰ ਪਰ ਦਾ ਮਤਲਬ ਹੈ ਵੇ ਕਿ ਦਿਸ ਇਜ਼, ਮੇਰੀ ਅੰਡਰਸਟੈਂਡਿੰਗ ਦੇ ਮੁਤਾਬਿਕ ਅਲ ਤਸ਼ਖੀਤ ਇਜ਼ ਅ ਸਕੇਲ ਔਰ ਅ ਰਾਗ। ਜਿਵੇਂ ਸਾਡੇ ਕੋਲ ਤਰਜਮਾ ਕੀਤਾ ਗਿਆ ਨਾ ਅੰਕਲ ਰਾਂਝੇ ਵਿੱਚ ਕੀਤਾ ਵੇ ਕਿ ਅੰਕਲ ਜੀ ਕੀ ਅਬਨਾਸ ਕੀ ਹੈ, ਕੀ ਲਫ਼ਜ਼ ਹੈ? ਅਬਨਾਸੀ। ਅਬਨਾਸੀ, ਡੂ ਨਾਟ ਡਿਸਟਰੋਏ ਜਾਂ ਨਾਸ਼ ਨਾ ਕਰ, ਉਰਦੂ ਵਿੱਚ ਬਣੇਗਾ ਇਹਦਾ ਤਬਾਹ ਨਾ ਕਰ। ਓਕੇ, ਹੁਣ ਇਹਨੂੰ ਅਗਰ ਅਸੀਂ ਰਿਲੇਟ ਕਰੀਏ ਆਪਣੇ ਇੰਡੀਅਨ ਪਾਕਿਸਤਾਨੀ ਕੰਟੈਕਸਟ ਦੇ ਵਿੱਚ, ਤੇ ਮੈਨੂੰ ਇਹ ਲੱਗਦਾ ਵੀ ਕਿ ਜਿਵੇਂ ਮਤਲਬ ਸਾਡੇ ਰਾਗ ਨੇ, ਮੇਘ ਰਾਗ ਹੋ ਗਿਆ, 12 ਦਿਨਾਂ ਦਾ ਹੋ ਗਿਆ। ਠੀਕ ਹੈ,
कलावती हो गई, इवनिंग हो गई, और बाद भैरवी मॉर्निंग हो गई, गोपाली शाम ਨੂੰ आ गया, एमन कल्याण फिर शाम, मतलब these are different ragas on the timing है। ਸਾਡੇ ਜਿਹੜੇ ਰਾਗ ਨੇ ਉਹ ਨੇ ਮੋਸਟਲੀ ਜਾਂ ਸੀਜ਼ਨ ਨੂੰ ਕਵਰ ਕਰਦੇ ਨੇ, ਠੀਕ ਹੈ, ਤੇ ਜਾਂ ਫਿਰ ਉਹ ਲੋਕੇਸ਼ਨ ਨੂੰ ਕਵਰ ਕਰਦੇ ਨੇ, ਮਤਲਬ ਕਿਹੜੇ ਜਿਓਗ੍ਰਾਫਿਕਲ ਲੋਕੇਸ਼ਨ ਦੇ ਵਿੱਚ, ਠੀਕ ਹੈ। ਔਰ ਕੁਝ ਉਹ ਨੇ ਜਿਹੜੇ ਲੋਕਾਂ ਨੇ ਜਿਹੜੇ ਰਾਗ ਬਣਾਏ ਨੇ, ਜਿਵੇਂ ਮੀਆਂ ਦੀ ਟੋਡੀ ਹੈ, ਠੀਕ ਹੈ ਨਾ, ਟੋਡੀ ਗਾਈ ਜਾਂਦੀ ਹੈ, ਜਾਂ ਮੀਆਂ ਦੀ ਮਲਹਾਰ ਗਾਈ ਜਾਂਦੀ ਹੈ, ਠੀਕ ਹੈ। these are different, ਜੌਨਪੁਰੀ ਹੈ, ਜੌਨਪੁਰ ਇਲਾਕੇ ਤੋਂ, ਰਾਗ ਦਰਬਾਰੀ ਦਰਬਾਰ ਤੋਂ, ਠੀਕ ਹੈ। these are kind of all these ragas name which are not according to the human emotion or the situation, but based on natural seasons and location and geographical area or the person. So that's the difference. ਇੱਥੇ ਉਹਨਾਂ ਕਿਹਾ ਵੇ ਤਬਾਹ ਨਾ ਕਰ, ਮਤਲਬ ਹੈ ਵੇ ਕਿ ਜਿਹੜਾ ਇਹ ਗੀਤ ਹੈ ਉਹਦੇ ਲਈ ਜਿਹੜਾ ਉਹਨਾਂ ਰਾਗ ਚੁਣਾਵ ਕੀਤਾ ਉਸ ਦੌਰ ਦੇ ਵਿੱਚ, ਉਹ ਸੀ ਤਬਾਹ ਨਾ ਕਰ। ਸਾਨੂੰ ਨਹੀਂ ਪਤਾ ਉਹਦਾ ਸਾਊਂਡ ਕਿਹੇ ਦਾ ਹੁੰਦਾ ਸੀ, ਲੇਕਿਨ ਮੈਨੂੰ ਇਹ ਲੱਗਦਾ ਵੇ कि that was like a major scale, ठीक है। क्योंकि अल अलामौत जेड़ा ना ज़बूर 9 ਦੇ ਉੱਤੇ ਆਪਾਂ ਪੜ੍ਹੇ ਨਾ, अल अलामौत के सुर के ऊपर बनी कौरा ਦੇ ਇੱਕ ਜ਼ਬੂਰ ਦੇ ਵਿੱਚ अलामौत ਦਾ ਸੀ ਮੌਤ ਦਾ मतलब haunting, pain and passion, ਜਦ ਕਿ अल तशहीद ਮੈਨੂੰ ਲੱਗਦਾ ਵੇ it is kind of a joyful, ਕਿ ਉਹਦੀ ਵਜ੍ਹਾ ਕੀ ਹੈ, ਉਹਦੀ ਵਜ੍ਹਾ ਹੈ ਵੇ ਕਿ ਜਦੋਂ ਅਸੀਂ 75 ਦੀ ਪਹਿਲੀ ਆਇਤ ਤੇ ਹੁੰਦੇ ਹਾਂ, ਉਹਦਾ ਆਗਾਜ਼ ਹੀ ਥੈਂਕਸਗਿਵਿੰਗ ਨਾਲ ਹੋਣ ਡਿਆ ਵੇ, ਸ਼ੁਕਰਗੁਜ਼ਾਰੀ ਨਾਲ ਹੋਣ ਡਿਆ ਵੇ, ਠੀਕ ਹੈ। and it's not a single thanksgiving, it's a double thanksgiving। ऐ खुदा हम community है, it's a whole nation, ਜਿਹੜਾ ਲਾਵੀ ਹੈ, ਜਿਹੜਾ ਆਸਫ ਹੈ, ਉਹਦਾ ਘਰਾਣਾ ਵੇ, ਜਿਹਦੀ ਡਿਊਟੀ ਲੱਗੀ ਹੈ, ਜਿਹਨੇ ਇਹ ਜ਼ਬੂਰ ਲਿਖਿਆ ਵੇ, ਉਹ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਦਿਆਂ ਹੋਇਆਂ ਖੁਦਾ ਦੇ ਅੱਗੇ ਕੀ ਆਵਾਜ਼ ਚੁੱਕਣ ਡਿਆ ਵੇ ਕਿ ਖੁਦਾਵੰਦ ਅਸੀਂ, ਯਾਨੀ ਉਹ ਪੂਰੀ ਨੇਸ਼ਨ ਨੂੰ, ਪੂਰੀ ਜਮਾਤ ਨੂੰ, ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਨ ਡਿਆ ਖੁਦਾ ਦੇ ਅੱਗੇ। ऐ खुदा हम तेरा क्या करते हैं, शुक्र करते हैं, हम तेरा शुक्र करते हैं क्योंकि तेरा नाम नजदीक है। ओके जी, दैट्स इंटरेस्टिंगली नाम, पावर, व्हाट्स इन द नेम, शेक्सपियर ने क्या सी, ठीक है ना, और डायलॉग से शेक्सपियर दा ड्रामा रोमियो एंड जूलियट दे विच वो कहंदा कि व्हाट्स इन द नेम, नाम विच की रखिया वे। सो खुदा दा नाम जेड़ा वे, दैट इज रिवीलिंग एस्पेक्ट। साडे पाकिस्तान दे विच ना बचपन विच असीं पढ़ी दा ही, मैं स्टोरियां बड़ियां पढ़ना हुंदा ਤੇ ਨਾ ਉਹਦੇ ਕਹਾਣੀਆਂ ਹੁੰਦੀਆਂ ਹਨ ਕਿ ਜੀ ਇੱਕ ਬੰਦਾ ਕੋਈ ਕਾਫਲ ਜਾਂਦਾ ਵੇ, ਉਹ ਜਨਾਬ ਕੋਈ ਐਕਸਪਲੋਰ ਕਰਦਾ ਵੇ, ਤੇ ਉਹਨੂੰ ਇੱਕ ਬਜ਼ੁਰਗ ਰਾਹ ਚ ਮਿਲਦੇ ਨੇ, ਤੇ ਬਜ਼ੁਰਗ ਉਹਨੂੰ ਕਹਿੰਦੇ ਨੇ ਕਿ ਤੂੰ ਜਦੋਂ ਡਰੇਂਗਾ ਜਾਂ ਤੇਰੇ ਤੇ ਅਟੈਕ ਹੋਏਗਾ ਬਦਰੂਆਂ ਦਾ ਜਾਂ ਜਿੰਨ ਆਉਣਗੇ, ਤੇ ਤੂੰ ਇਸਮੇ ਆਜ਼ਮ ਪੜਨਾ। ਓਕੇ, ਇਸਮੇ ਆਜ਼ਮ, ਇਸਮ ਦਾ ਮਤਲਬ ਹੈ ਅਰਬੀ ਚ ਨਾਂ, ਔਰ ਆਜ਼ਮ ਦਾ ਮਤਲਬ ਹੈ ਵੱਡਾ ਨਾਂ। ਓਕੇ, ਮਤਲਬ ਐਸਾ ਨਾਂ ਜਿਹੜਾ ਸਾਰੇ ਨਾਵਾਂ ਨਾਲੋਂ ਕੀ ਹੋਏ, ਉੱਚਾ ਹੋਏ, ਜਿਹੜਾ ਵੱਡਾ ਨਾਂ ਹੋਏ, ਇਸਮੇ ਆਜ਼ਮ। ਓਕੇ, ਸੋ ਜ਼ਬੂਰ ਨੂੰ ਵੀ ਸਾਨੂੰ ਇੱਥੇ ਦੱਸਣ ਡਿਆ ਵੇ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨ ਡਿਆ ਖੁਦਾ ਦੇ ਅੱਗੇ, ਔਰ ਉਹ ਖੁਦਾ ਦੀ ਹਜ਼ੂਰੀ ਦੇ ਵਿੱਚ ਇਟਸ ਅ ਸਾਮ ਆਫ ਥੈਂਕਸਗਿਵਿੰਗ, ਸ਼ੁਕਰਗੁਜ਼ਾਰੀ ਦਾ ਜ਼ਬੂਰ ਹੈ। ਇਸ ਲਈ ਉਹ ਆਗਾਜ਼ ਹੀ ਕਿੱਥੋਂ ਕਰਦਾ ਵੇ, ਖੁਦਾਵੰਦ ਤੇਰਾ ਵੱਡਾ ਨਾਂ ਜਿਹੜਾ ਵੇ, ਚੂੰਕਿ ਉਹ ਸਾਡੇ ਨੇੜੇ ਵੇ, ਤੇ ਇਸ ਲਈ ਅਸੀਂ ਕੀ ਕਰਨਾ ਤੇਰਾ, ਅਸੀਂ ਤੇਰਾ ਡਬਲ ਸ਼ੁਕਰ ਕਰਨਾ। ਨਾਓ ਇੰਟਰਸਟਿੰਗਲੀ ਇੱਕ ਹੋਰ ਚੀਜ਼, ਸੇਂਟ ਔਗਸਟਿਨ ਨੇ ਕਿਹਾ ਸੀ, ਸੇਂਟ ਔਗਸਟਿਨ ਵਾਸ ਆਈ ਥਿੰਕ ਹੀ ਵਾਸ ਅਫਰੀਕਨ 4th or 5th century theologian। Saint Augustine ने क्या से जी कि when we pray we worship God, but when we sing in prayer then we double worship। okay, so उंज दुआ करना लेकिन गा के करना, it's a double dose, मतलब तुसी खुदा दे अगे अपना डबल प्याला जेड़ा ना उंडेल दे पए अपनी दुआवां दा। okay, so that's why singing and chanting, दुनिया दे जिन्ने मज़ाहिब ने तुहानू उन्हां सारियां दे विच जिहड़ी गायकी है या चांट है या अलाप है करके गाना, दैट इज अ कॉमन फिनोमेना। अच्छा, ਉਹਦੇ ਬਾਅਦ ਪਹਿਲੇ ਆਏ ਤੀਸਰੇ ਕਹਿੰਦਾ ਕਿ ਲੋਕ ਤੇਰੇ ਅਜੀਬ ਕਾਮੋਂ का ਕੀ ਕਰਦੇ ਨੇ, ਜ਼ਿਕਰ। ਤਾਂ ਦੋ ਲਫ਼ਜ਼ ਵੇਖੇ ਹੋਣਗੇ ਇਹਦੇ ਵਿੱਚ ਕੀ ਨੇ, ਪਹਿਲੇ ਹਿੱਸੇ 'ਚ ਕੀ ਹੈ ਸ਼ੁਕਰ, ਔਰ ਦੂਸਰੇ ਹਿੱਸੇ 'ਚ ਕੀ ਹੈ ਜ਼ਿਕਰ। ਓਕੇ, ਜ਼ਿਕਰ ਕਰਨਾ मतलब ਉਹਨੂੰ ਹਰ ਵੇਲੇ ਯਾਦ ਰੱਖਣਾ। ਓਕੇ, और दूजा की है शुक्र करना। सो शुक्र पहला वे और जिक्र बाद चों है। ओके, दैट्स व्हाई तुम वेखिया होएगा ਅਸੀਂ ਆਪਣੀ ਚਰਚ ਦੇ ਵਿੱਚ ਵੀ ਜਦੋਂ ਸਾਡਾ ਦੁਆਇਆ ਸੈਸ਼ਨ ਹੁੰਦਾ ਵੇ, ਅਸੀਂ ਸਾਰਿਆਂ ਨਾਲ ਪਹਿਲਾਂ ਕੀ ਕਰਨੇ ਆ, ਸ਼ੁਕਰਗੁਜ਼ਾਰੀ, ਥੈਂਕਸਗਿਵਿੰਗ, ਵਾਟ ਵੀ ਹੈਵ ਆਲਰੇਡੀ ਗਿਵਨ, ਸ਼ੁਕਰਗੁਜ਼ਾਰੀ ਕਰਦੇ ਆ ਖੁਦਾ ਦੇ ਘਰ ਦੇ ਵਿੱਚ ਦਾਖਲ ਹੋਣਾ। ਸੋ ਥੈਂਕਸਗਿਵਿੰਗ ਇਜ਼ ਫਸਟ ਕੀ, ਫਸਟ ਸਟੈਪ। ਉਹਦੇ ਬਾਅਦ ਆਂਦਾ ਲੋਕ ਤੇਰੇ ਅਜੀਬ ਕਮਾਂ ਦਾ ਕੀ ਕਰਦੇ ਨੇ, ਜ਼ਿਕਰ ਕਰਦੇ ਰਹਿੰਦੇ ਨੇ। ਸੋ ਯੂ ਰਿਮੈਂਬਰ, ਤੁਹਾਨੂੰ ਯਾਦ ਹੋਏਗਾ ਜਦੋਂ ਅਸਾਂ ਪਹਿਲਾ ਇਤਿਹਾਸ ਤਵਾਰੀਖ ਦੇ 5 ਬਾਬ ਦੇ ਵਿੱਚ ਔਰ ਦੂਸਰੇ ਇਤਿਹਾਸ ਦੇ 5 ਬਾਬ ਦੇ ਵਿੱਚ ਜਦੋਂ ਲਾਵੀਆਂ ਦੀ ਡਿਊਟੀਆਂ ਲੱਗੀਆਂ ਹਨ, ਉਹਨਾਂ ਡਿਊਟੀਆਂ ਕੀ ਲੱਗੀਆਂ ਹਨ ਕਿ ਉਹ ਸੁਬਹ ਔਰ ਸ਼ਾਮ ਕੀ ਕਰਨਗੇ, ਜ਼ਿਕਰ ਔਰ ਸ਼ੁਕਰ ਕਰਦੇ ਰਹਿਣਗੇ। दैट इज द पॉइंट, शुक्रगुजारी
और जिक्र करना खुदा दा और हमदो सना करना। सो दैट इज अ प्योर लेविटिकल ड्यूटी और ਉਹਨਾਂ ਦੀ ਪ੍ਰਾਇਮਰੀ ਉਹਨਾਂ ਦਾ ਮਿਨਿਸਟਰੀ ਸੀ ਹੈਕਲ ਦੇ ਵਿੱਚ ਕਿ ਉਹਨਾਂ ਨੇ ਕੰਗਰੀਗੇਸ਼ਨ ਦੇ ਬਿਹਾਫ ਤੇ ਉਹਨਾਂ 24/7 ਮਾਰਨਿੰਗ ਐਂਡ ਈਵਨਿੰਗ ਜਿਹੜਾ ਡਿਊਟੀਆਂ ਲੱਗਣੀਆਂ ਨੇ they have to offer thanksgiving and remembrance। ਵੈਸੇ ਜਰਾ ਪੜੋ ਪਹਿਲੇ ਆਇਤ ਦੀ ਤੀਸਰਾ ਜਿਹੜਾ ਆਇਤ ਹੈ, ਲੋਕ ਤੇਰੇ ਜੀਵ ਕਾਮੋਂ ਕਾ, ਤੁਹਾਡੇ ਕੋਲ ਹਿੰਦੀ ਪੰਜਾਬੀ ਚ ਕੀ ਲਿਖਿਆ ਜੀ? तीसरी आयत, हाँ जी, पहली आयत ही धरती पहली आयत, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ओके हे परमेश्वर, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੇਰਾ ਨਾਮ ਨੇੜੇ ਹੈ। ਲੋਕ ਤੇਰੇ ਅਚਰਜ ਕਾਰਜਾਂ ਦਾ ਵਰਣਨ ਕਰਦੇ ਹਨ। ਵਰਣਨ, ਓਕੇ, here you go, that's the word I was looking for। ਤੁਹਾਡੇ ਕੋਲ ਕੀ ਹੈ ਜੀ ਸਿਸਟਰ ਜੋਤੀ? हे परमेश्वर, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਹਰ ਸਮੇਂ ਸਾਡੇ ਨੇੜੇ ਹੈ। ਲੋਕ ਤੇਰੇ ਅਦਭੁਤ ਕੰਮਾਂ ਬਾਰੇ ਦੱਸਦੇ ਹਨ। ਓਕੇ, ਪ੍ਰੋਕਲੇਮੇਸ਼ਨ, ਜ਼ਿਕਰ ਕਰਦੇ ਰਹਿੰਦੇ ਨੇ ਖੁਦਾ ਦਾ, ਹਰ ਵੇਲੇ ਖੁਦਾ ਦੇ ਕੰਮਾਂ ਦਾ ਬਿਆਨ ਕਰਦੇ ਰਹਿੰਦੇ ਨੇ। ਠੀਕ ਹੈ, ਅੰਕਲ ਜੋਸ਼ਵਾ ਨੇ ਲਫ਼ਜ਼ ਯੂਜ਼ ਕੀਤਾ ਕਿ ਅੰਕਲ ਜੀ ਕੀ ਕਰਦੇ ਰਹਿੰਦੇ ਨੇ? ਵਰਣਨ, ਵਿਆਖਿਆ ਕਰਨੀ। हाँ जी, okay, so that's the primary purpose of the worship leader and the singers and artists, और खास तौर ते ਜਿਹੜੇ worship lead ਕਰਦੇ ਨੇ ਕਿ ਉਹਨਾਂ ਦੀ primary duty ਉਹਨਾਂ ਦੀ ਕੀ ਹੈ। okay, now ਹੁਣ ਤੁਸੀਂ ਵੇਖੋਗੇ ਇੱਥੋਂ ਹਮ ਤੋਂ plural second person ਤੋਂ ਹੁਣ ਕੀ ਸ਼ੁਰੂ ਹੋ ਗਿਆ ਵੇ? singular first person। okay, और ਕੀ ਹੈ? जब मेरा मुअय्यन destined time ਆਏਗਾ, ਜਦੋਂ ਮੇਰਾ ਟਾਈਮ ਆਏਗਾ, ਹੁਣ ਕੌਣ ਬੋਲਣ ਡਿਆ? ਹੁਣ ਲਾਵੀ ਨਹੀਂ ਬੋਲਣ ਡਿਆ। ਹੁਣ ਲਾਵੀ ਜਿਹੜਾ ਵੇ ਪੋਇਟਰੀ ਦੇ ਵਿੱਚ ਖੁਦਾ ਦੀ ਆਵਾਜ਼ ਨੂੰ ਪੇਸ਼ ਕਰਨ ਡਿਆ ਵੇ। ਓਕੇ, ਦੇयर इज अ शिफ्ट ऑफ फ्रॉम plural first person to singular second person, first person ਸ਼ੁਰੂ ਉਥੋਂ ਹੋ ਗਿਆ ਵੇ। ਜਦ ਮੇਰਾ ਟਾਈਮ ਆਏਗਾ ਤੇ ਖੁਦਾ ਕਹਿੰਦਾ ਜੀ ਮੈਂ ਰਾਸਤੀ ਦੇ ਨਾਲ ਕੀ ਕਰਾਂਗਾ? ਅਦਾਲਤ। I will sit on a judgment seat। okay, so ਮੈਂ ਜਦੋਂ ਜਜਮੈਂਟ ਸੀਟ ਤੇ ਬਵਾਂਗਾ ਤੇ ਫਿਰ ਮੈਂ ਕੀ ਕਰਾਂਗਾ? ਜ਼ਮੀਨ ਔਰ ਉਹਦੇ ਬਸ਼ਿੰਦੇ ਘਬਰਾ ਜਾਣਗੇ, ਉਹਨਾਂ ਦੇ ਦਿਲ ਪਿਘਲ ਜਾਣਗੇ। ਠੀਕ ਹੈ, ਕਿਉਂਕਿ ਖੁਦਾ ਜਦੋਂ ਅਦਾਲਤ ਕਰਦਾ ਵੇ, ਜਦੋਂ ਖੁਦਾ ਰਿਲੀਜ਼ ਕਰਦਾ ਵੇ ਆਪਣੀ ਅਦਾਲਤ ਨੂੰ, ਜਦੋਂ ਖੁਦਾ ਦੀਆਂ ਫੌਜਾਂ, ਖੁਦਾ ਦੇ ਫਰਿਸ਼ਤੇ ਜਦੋਂ ਨਿਕਲਦੇ ਨੇ ਖੁਦਾ ਦੇ ਕਮਾਂਡ ਨੂੰ ਲੈ ਕੇ, then nobody can stand against it। और लिखा वे मैंने उसके सतूनों को कायम कर दिया है। सिला। now that's interestingly ਤੁਹਾਨੂੰ ਵੇਖਿਆ ਹੋਏਗਾ ਫਿਲਮਾਂ ਦੇ ਵਿੱਚ ਵੀ ਜਾਂ ਉਂਝ ਵੀ, ਜਦੋਂ ਅਸੀਂ ਕਿਤੇ ਵੱਡੀ ਜਗ੍ਹਾ ਤੇ ਜਾਈਏ, ਕੋਈ ਵੱਡਾ ਬੰਦਾ ਆਏ ਜਾਂ ਜਦੋਂ ਉਹਦੀ ਐਂਟਰੀ ਹੁੰਦੀ ਹੈ, ਪ੍ਰੋਟੋਕੋਲ ਆਫੀਸਰ ਜਾਂ ਕੋਈ ਪ੍ਰੈਜ਼ੀਡੈਂਟ ਜਾਂ ਕੋਈ ਵੀ, ਠੀਕ ਹੈ ਨਾ, ਬਾਕੀ ਸਾਰੀ ਪਬਲਿਕ ਚੁੱਪ ਕਰਕੇ ਕੀ ਕਰਦੀ ਹੈ? ਖਲੋ ਕੇ ਬਹਿੰਦੀ ਹੈ। ਠੀਕ ਹੈ ਨਾ, ਔਰ ਜਦੋਂ ਉਹਨੂੰ ਬੁਲਾਇਆ ਜਾਂਦਾ, ਜਦੋਂ ਬੁਲਾਇਆ ਜਾਂਦਾ ਵੇ ਜਿੰਨੇ ਚਿਰ ਤੱਕ, ਔਰ ਅਗਰ ਪ੍ਰੈਸ ਕਾਨਫਰੰਸ ਵੀ ਕਰਨੀ ਜਾਂ ਕੁਝ ਵੀ ਕਰਨਾ ਵੇ ਤੇ ਜਨਾਬ देयर इज अ सिला, pause। okay, so that's the natural pause in the flow of the psalm। क्यों? क्योंकि खुदा अपने तख्त की हो गया वे, बह गया वे। okay, now he's seated, so everybody has paused now they are attentive, सुनन लगे ने कि की होने लगा, उनके खुदा डिक्री की जारी कर लगा वे, what's going to happen now। okay, pause आ गया वे। ਉਹਦੇ ਬਾਅਦ ਜੀ ਹੁਣ ਖੁਦਾ ਬੋਲਣ ਲੱਗਾ ਜੀ, और खुदा की कह रहा है। okay, नंबर 1 खुदा कहता जी मैंने मगरूरों से कहा कि गरूर ना करो। ओके, नंबर 2 शरीरां नूं है क्या कि सिंग उच्चे अपने ना करो। ओके, अब 5वीं आयत दोबारा रिपीट होया वे, सेम थीम बट विद अ डिफरेंट एंगल। अपने सिंग उच्चे ना करो ते गर्दन कशी मतलब अपनी गर्दन जिहड़ी है। नाउ हियर इज द इमेज ऑफ अ देसी पैलियां ते पिंड आ गया जी। ओके, there is a concept ਜਿਹੜਾ ਪੈਲੀ ਦੇ ਵਿੱਚ ਜਿਹੜਾ ਢੱਗਾ ਉਹਨਾਂ ਵਾਹਣਾ ਨਾ ਹੋਣਾ, ਠੀਕ ਹੈ ਨਾ, ਜਿਹੜਾ ਬੁੱਲ ਜਿਹਨੂੰ ਉਹਨਾਂ ਪੈਲੀਆਂ ਦੇ ਵਿੱਚ ਲੈ ਕੇ ਜਾਣਾ ਵੇ। ਠੀਕ ਹੈ, ਔਰ ਤੁਹਾਨੂੰ ਪਤਾ ਵੇ ਹੁਣ ਤੁਹਾਨੂੰ ਮੈਂ ਦੇਣ ਲੱਗਾ ਇੱਕ ਹੋਰ ਮਿਸਾਲ ਨਵੇਂ ਆਦਨਾਮੇ ਦੇ ਵਿੱਚੋਂ। ਪੌਲੁਸ ਰਸੂਲ ਜਦੋਂ ਜਾ ਰਿਹਾ ਦਮਿਸ਼ਕ ਦੀ ਰਾਹ ਤੇ, ਓਕੇ, ਤੇ ਜਦੋਂ ਅੰਨਾ ਹੋ ਕੇ ਡਿੱਗ ਪਿਆ, ਠੀਕ ਹੈ, ਅਸਮਾਨੋਂ ਕੀ ਆਵਾਜ਼ ਆਈ ਹੈ? ਕਿਸੇ ਨੂੰ ਯਾਦ ਹੈ ਕੀ ਸਟੇਟਮੈਂਟ ਆਈ ਸੀ? ਐਨੀਬਡੀ? ओके, मैं दसना। आए साउल तू मुझे क्यों सताता है। ओके, एंड देन व्हाट इडियम गॉड हैज यूज्ड इन दैट फ्रेज? एक कल्चरल इडियम यूज कीता उथे खुदा ने, और वो पता की सी? ओदे अगे स्टेटमेंट सी
पैने की आर पर तेरे लिए लात मारना मुश्किल है। ओके, दैट्स द फ्रेज, दैट्स द कल्चरल ईडियम। हुण पैना की है, ओदी आर की है, ते लत कौन मारदा वे। नाउ this psalm will give us a picture of a bull जिन्नू पहली वारी ਉਹਨੂੰ ਹਾਲੇ ਚ ਜੋਤਨ ਲੱਗੇ ਨੇ, ਉਹਦੇ ਕੰਧਿਆਂ ਤੇ ਜੁਆ ਰੱਖਣ ਲੱਗੇ ਨੇ ਤਾਂ ਕਿ ਪੈਲੀ ਚ ਉਹਨੂੰ ਕੀ ਕੀਤਾ ਜਾਏ, ਉਹਨੂੰ ਵਾਇਆ ਜਾਏ। ਲੇਕਿਨ ਉਹ ਢੱਗਾ ਜਿਹੜਾ ਵੇ ਨਾ, ਉਹ ਢੱਗਾ ਜਿਹੜਾ ਵੇ ਇਟਸ ਜਸਟ ਲਾਈਕ ਆ, ਤੁਸੀਂ ਵੇਖਿਆ ਨਾ ਕਾਊਬॉय ਜਿਹੜੇ ਹੁੰਦੇ ਨੇ, ਜਿਹੜੇ ਢੱਗੇ ਤੇ ਬਹਿ ਕੇ ਤੇ ਜਨਾਬ ਉਹ ਖੇਡਦੇ ਨੇ, ਔਰ ਜਿਹੜਾ ਜਾਨਵਰ ਜਿਹੜਾ ਉਹ ਹੱਥ ਨਹੀਂ ਲਾਣ ਦਿੰਦਾ ਨਾ ਉੱਤੇ ਬਹਿਣ ਦਿੰਦਾ, ਕੀ ਕਹਿੰਦੇ ਨੇ ਉਹਨੂੰ, ਬੁਲ ਫਾਈਟ। ਨਹੀਂ, ਬੁਲ ਫਾਈਟ ਫਰਕ ਹੈ, ਬੁਲ ਫਾਈਟ ਫਰਕ ਹੈ। ਲੇਕਿਨ ਇਹ ਜਿਹੜੇ ਬਹਿੰਦੇ ਨੇ ਕਾਊਬॉय ਹੈਟ ਪਾ ਕੇ ਤੇ ਗੇਮ ਇੱਕ ਕਿ ਕਿੰਨੀ ਦੇਰ ਤੱਕ ਤੁਹਾਡੇ ਉੱਤੇ ਠਹਿਰਨਾ ਵੇ, ਔਰ ਜਿਹੜਾ ਬੁੱਲ ਹੈ ਨਾ ਤੁਹਾਨੂੰ ਆਪਣੇ ਉੱਤੇ ਹੱਥ ਨਹੀਂ ਲਾਣ ਦਿੰਦਾ, ਬਹਿਣ ਨਹੀਂ ਦਿੰਦਾ, ਠੀਕ ਹੈ ਨਾ। ਤਾਂ ਵੇਖਿਓ ਅਗਰ ਟੈਕਸਸ ਔਰ ਸਾਰਾ ਜਿਹੜਾ ਏਰੀਆ ਨਾ, ਜਿਹੜੇ ਖਾਸ ਤੌਰ ਤੇ ਫੀਲਡ ਨੇ ਅਮਰੀਕਾ ਦੇ ਵਿੱਚ, ਕਾਊਬॉय ਹਾਰਟਸ ਜਿਹੜੀਆਂ ਨੇ ਔਰ ਗੇਮਸ ਨੇ ਬਣੀਆਂ। ਇੱਥੇ ਬੱਚਿਆਂ ਦੀ ਗੇਮ ਵੀ ਹੈ, ਨਕਲੀ ਢੱਗਾ ਬਣਾਇਆ ਹੁੰਦਾ, ਬੱਚਿਆਂ ਨੂੰ ਉੱਤੇ ਬਹਾ ਕੇ ਢੱਗਾ ਹਿਲਾਉਂਦੇ ਰਹਿੰਦੇ ਨੇ, ਠੀਕ ਹੈ ਨਾ। ਸੋ ਦੈਟਸ ਓਰੀਜਨਲ ਗੇਮ। ਇਹਦਾ ਮਤਲਬ ਹੈ ਵੇ ਕਿ ਇਹ ਬਿਲਕੁਲ ਫਰੈਸ਼ ਜਵਾਨ ਬਛੜਾ ਵੇ, ਜਵਾਨ ਢੱਗਾ ਬੁੱਲ ਏ, ਔਰ ਪਾਵਰਫੁਲ ਇੰਨਾ ਵੇ ਕਿ ਉਹ ਕਿਸੇ ਨੂੰ ਆਪਣੇ ਕੰਡ ਤੇ ਜਾਂ ਆਪਣੇ ਸਿੰਗ ਤੇ ਹੱਥ ਨਹੀਂ ਰੱਖਣ ਦਿੰਦਾ, ਠੀਕ ਹੈ ਨਾ। ਸੋ ਪਾਵਰਫੁਲ। ਔਰ ਉਹਨੂੰ ਜਿਹੜਾ ਵੇ ਉਹਨੂੰ ਵਾਹਨ ਲਈ ਉਹਨੂੰ ਜ਼ਬਰਦਸਤੀ ਉਹਦੇ, ਕਿਉਂਕਿ ਜਦੋਂ ਉਹ ਸਿਰ ਥੱਲੇ ਨਹੀਂ ਝੁਕਾਉਂਦਾ, ਸਿੰਗ ਚੁੱਕ ਕੇ ਰੱਖਦਾ ਹੈ। ਓਕੇ, ਠੀਕ ਹੈ। ਇਹਦਾ ਮਤਲਬ ਹੈ ਵੇ, ਔਰ ਗਰਦਨ ਉਹਨੇ ਕੀ ਕੀਤੀ, ਸਿੰਗਾਂ ਦੇ ਨਾਲ ਹੀ ਗਰਦਨ ਉਹਦੀ ਕੀ ਆ ਗਈ ਹੈ, ਉੱਤੇ ਨੂੰ ਆ ਗਈ ਹੈ, ਠੀਕ ਹੈ। ਐਂਡ ਹੀ ਇਜ਼ ਨਾਟ ਵਿਲਿੰਗ to follow his owner's service, ਉਹ ਸਰਵਿਸ ਦੇ ਵਿੱਚ ਆਪਣੇ ਆਪ ਨੂੰ ਪੇਸ਼ ਨਹੀਂ ਕਰਨਗੇ। ਓਕੇ, ਔਰ ਉਹ ਗਰਦਨਕਸ਼ ਹੋ ਗਿਆ ਵੇ, ਔਰ ਆਪਣੇ ਜ਼ੋਰ ਦੇ ਵਿੱਚ, ਔਰ ਉਹ ਜਨਾਬ ਆਪਣੇ ਗਰਦਨ ਤੇ ਜੁਆ ਨਹੀਂ ਰੱਖਣ ਦੇਣ ਡਿਆ, ਯਾਨੀ ਉਹ ਨਹੀਂ ਚਾਹੁੰਦਾ ਕਿ ਉਹਨੂੰ ਕਾਬੂ ਕੀਤਾ ਜਾਏ ਜਾਂ ਉਹਨੂੰ ਹਾਲ ਦੇ ਵਿੱਚ ਕੀ ਕੀਤਾ ਜਾਏ, ਜੋਤਿਆ ਜਾਏ, ਠੀਕ ਹੈ। ਔਰ ਇਸ ਕੀ ਹੁੰਦਾ ਵੇ, ਜਿਹੜਾ ਢੱਗਾ ਵੇ ਨਾ, ਜਦੋਂ ਮਾਲਕ ਕੀ ਕਰਦੇ ਨੇ ਕੰਟੈਕਸਟ ਦੇ ਵਿੱਚ, ਕਲਚਰਲ ਕੰਟੈਕਸਟ ਕੀ, ਉਹਨਾਂ ਦੇ ਕੋਲ ਨਾ ਇੱਕ ਹੁੰਦੀ ਹੈ ਲਾਠੀ ਹੁੰਦੀ ਹੈ, ਲਾਠੀ ਦੇ ਅੱਗੇ ਲੋਹੇ ਦੀ ਪਿੰਨ ਲੱਗੀ ਹੁੰਦੀ ਹੈ। ਓਕੇ, ਨੋਕਦਾਰ ਪਿੰਨ। ਉਹ ਜਦੋਂ ਵਾਂਦੇ ਨਾ ਉਹਨੂੰ, ਤੇ ਉਹ ਢੱਗੇ ਨੂੰ ਪਿੱਛੋਂ ਦੀ ਉਹ ਸੂਈ ਵਾਂਗੂ ਨਾ ਉਹਨੂੰ ਆਰ ਚੁੱਭਦੀ ਉਹਨੂੰ, ਤੇ ਢੱਗਾ ਉਹਨੂੰ ਕੀ ਕਰਨ ਦੀ ਕੋਸ਼ਿਸ਼ ਕਰਦਾ, ਲੱਤ ਮਾਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਉਹਨੂੰ ਲੱਤ ਮਾਰਦਾ, ਲੇਕਿਨ ਜਦੋਂ ਲੱਤ ਮਾਰੇਗਾ ਤੇ ਅਗਰ ਉਹ ਲੋਹੇ ਦੀ ਖੰਜਰ ਟਾਈਪ ਨੋਕ ਬਣੀ ਹੈ ਤਾਂ ਨੁਕਸਾਨ ਕਿਹਦਾ ਹੋਏਗਾ, ਆਬਵੀਅਸਲੀ ਬੈਲ ਦਾ। ਤੁਸੀਂ ਵੇਖਿਆ ਹੋਏਗਾ ਖਾਸ ਤੌਰ ਤੇ ਜਦੋਂ ਸਾਡੇ ਇੰਡੀਆ ਦਾ ਤੇ ਮੈਨੂੰ ਨਹੀਂ ਪਤਾ, ਸਾਡੇ ਪਾਕਿਸਤਾਨ ਜਾਂ ਬਾਕੀ ਮੁਸਲਿਮ ਕੰਟਰੀ ਜਦੋਂ ਈਦ ਹੁੰਦੀ ਹੈ ਨਾ, ਈਦ ਕੁਰਬਾਨੀ ਹੁੰਦੀ ਹੈ, ਜਦੋਂ ਈਦ ਉਲ ਜ਼ਹਾ ਜਿਹਨੂੰ ਕਹਿੰਦੇ ਨੇ, ਠੀਕ ਹੈ ਨਾ, ਪਤਾ ਜਾਨਵਰ ਕੁਰਬਾਨ ਕਰਦੇ ਨੇ ਸਾਰੇ। ਤੇ ਬੜੀਆਂ ਨਾ ਲੋਕਾਂ ਨੇ ਮਜ਼ਾਹੀਆ ਮੀਮਸ ਬਣਾਈਆਂ ਹੁੰਦੀਆਂ ਨੇ ਕਿ ਜਦੋਂ ਕਸਾਈ ਤੇ ਮਾਲਕ ਜਦੋਂ ਢੱਗਾ ਜਾਂ ਵੱਛਾ ਜਾਂ ਮੱਝ ਜਾਂ ਗਾਂ ਜਦੋਂ ਉਹਨੂੰ ਹਲਾਲ ਕਰਨ ਲੱਗਦਾ ਨਾ, ਜਦੋਂ ਤੇ ਪਤਾ ਉਹ ਜਾਨਵਰ ਹੈ, ਉਹਨਾਂ ਸਿੰਘ ਅੱਗੋਂ ਫੜਦਾ, ਕਿਸੇ ਨੇ ਸਿੰਘ ਫੜੇ ਹੁੰਦੇ ਨੇ, ਕਿਸੇ ਨੇ ਲੱਤਾਂ ਫੜੀਆਂ ਹੁੰਦੀਆਂ ਨੇ, ਕੋਈ ਪਿੱਛੋਂ ਦੀ ਆਉਣ ਲੱਗਦਾ। ਤੇ ਬੜੀਆਂ ਮਜ਼ਾਹੀਆ ਮੀਮ ਬਣੀਆਂ ਹੁੰਦੀਆਂ ਨੇ ਜਦੋਂ ਢੱਗੇ ਜਾਂ ਵੱਛੇ ਤੇ ਜਾਂ ਗਾਵਾਂ ਜਾਂ ਮੱਝਾਂ ਲੱਤ ਮਾਰ ਕੇ ਤੇ ਸਿੰਘਾਂ ਤੇ ਚੁੱਕ ਕੇ ਤੇ ਪਬਲਿਕ ਅੱਗੇ ਤੇ ਫਿਰ ਉਹ ਢੱਗੇ ਉਹਨਾਂ ਦੇ ਪਿੱਛੇ ਨੱਠਦੇ ਹੁੰਦੇ ਨੇ। ਕਸਾਈ ਇੱਕ ਪਾਸੇ ਡਿੱਗਿਆ ਹੁੰਦਾ, ਫੜਨ ਵਾਲੇ ਦੂਜੇ ਪਾਸੇ ਵੈਲੀ ਚ ਪਏ ਹੁੰਦੇ ਨੇ। ਤੇ ਉਹ these are all kind of funny memes ਬਣਾਈਆਂ ਹੁੰਦੀਆਂ ਲੋਕਾਂ ਨੇ ਕਿ ਵੇਖੋ ਇਹਨਾਂ ਕੋਲੋਂ ਜਾਨਵਰ ਕਾਬੂ ਨਹੀਂ ਹੋਣਦੇ। ਓਕੇ, ਸੋ ਦੈਟਸ ਦ ਆਈਡੀਆ ਇਨ these verses ਕਿ ਖੁਦਾ ਉਸ ਐਗਰੀਕਲਚਰਲ ਡੋਮੈਸਟਿਕ ਐਨੀਮਲ ਦਾ ਇਮੇਜ ਯੂਜ਼ ਕਰਨ ਡਿਆ ਵੇ, ਔਰ ਕਹਿ ਰਿਹਾ ਵੇ ਕਿ ਜਦੋਂ ਤੁਸੀਂ ਨਵਾਂ ਢੱਗਾ ਹਾਲੇ ਚ ਵਾਂਦੇ ਹੋ ਜਾਂ ਜਦੋਂ ਤੁਸੀਂ ਉਹਨੂੰ ਪੈਲੀਆਂ ਚ ਲੈ ਕੇ ਜਾਂਦੇ ਹੋ, ਜਦੋਂ ਤੁਸੀਂ ਉਹਨੂੰ ਜੁਆ ਉਹਦੇ ਕੰਧੇ ਤੇ ਧਰਦੇ ਹੋ ਤਾਂ ਕਿ ਉਹਦੇ ਤੋਂ ਖਿਦਮਤ ਲਈ ਜਾਏ, ਤੇ ਜਿਹੜਾ ਗਰਦਨਕਸ਼ ਜਾਨਵਰ ਹੁੰਦਾ ਵੇ ਉਹ ਆਪਣੇ ਸਿੰਗ ਕੀ ਰੱਖਦਾ ਵੇ ਉੱਤੇ ਨੂੰ, ਉਹ ਤੁਹਾਨੂੰ ਹੱਥ ਨਹੀਂ ਲਾਉਣ ਦਿੰਦਾ, ਉਹ ਤੁਹਾਨੂੰ ਜਨਾਬ ਨੇੜੇ ਨਹੀਂ ਆਉਣ ਦਿੰਦਾ, ਔਰ ਉਹ ਗਰਦਨਕਸ਼ ਹੁੰਦਾ ਵੇ। ਔਰ ਅੱਗੇ ਉਹਦਾ ਇਮੇਜ ਖੁਦਾ ਯੂਜ਼ ਕਰਕੇ ਖੁਦਾ ਕਹਿ ਰਿਹਾ ਵੇ ਜਿਹੜੇ ਸ਼ਰੀਰ ਲੋਕ ਨੇ, ਜਿਹੜੇ ਖੁਦਾ ਦੇ ਹੁਕਮਾਂ ਨੂੰ ਅਮਲ ਕਰਨਾ ਨਹੀਂ ਚਾਹੁੰਦੇ, ਜਿਹੜੇ ਖੁਦਾ ਦੇ ਖਿਲਾਫ ਲੋਕ ਨੇ, ਉਹ ਉਹਨਾਂ ਜਾਨਵਰਾਂ ਵਾਂਗੂ ਨੇ ਜਿਨ੍ਹਾਂ ਦੀ ਗਰਦਨਾਂ ਉੱਚੀਆਂ ਹੋਈਆਂ ਨੇ ਔਰ ਜਿਨ੍ਹਾਂ ਨੇ ਸਿੰਘ ਆਪਣਾ ਚੁੱਕੇ ਨੇ ਕਿ ਉਹਨਾਂ ਖੁਦਾ ਦੀ ਗੱਲ ਨਹੀਂ ਮੰਨਣੀ। ਓਕੇ, ਸੋ ਦੈਟਸ ਦ ਆਈਡੀਆ ਇਨ ਦਿਸ ਸਾਮ। ਐਂਡ ਦੈਨ ਦੇयर ਇਜ਼ ਅ ਕੰਟਰਾਸਟ। ਹੁਣ ਖੁਦਾ ਇੱਕ ਹੋਰ ਇਮੇਜ ਦੇ ਨਾਲ ਦੇਣ ਲੱਗਾ ਵੇ, ਕਿਉਂਕਿ ਉਹ ਕੌਣ ਲੋਕ ਨੇ, ਉਹ ਲੋਕ ਨੇ ਜਿਹੜੇ ਖੁਦਾ ਦੇ ਦਿਏ ਗਏ ਸਿਸਟਮ, ਖੁਦਾ ਦੇ ਦਿੱਤੇ ਗਏ ਕਲਾਮ ਔਰ ਖੁਦਾ ਦੇ ਦਿੱਤੇ ਗਏ ਰੂਲਸ ਐਂਡ ਰੈਗੂਲੇਸ਼ਨ ਨੂੰ ਪਰਾਂ ਰੱਖ ਕੇ ਤੇ ਉਹ ਆਪਣੇ ਆਪ ਨੂੰ ਆਗੂ ਬਣਾਉਣਾ ਚਾਹੁੰਦੇ ਨੇ, ਉਹ ਆਪਣੇ ਆਪ ਨੂੰ ਲੀਡਰ ਬਣਾਉਣਾ ਚਾਹੁੰਦੇ ਨੇ ਕਿ ਸਾਡੀ ਇੱਜ਼ਤ ਹੋਏ, ਸਾਨੂੰ ਸਲਾਮਾਂ ਹੋਣ, ਸਾਨੂੰ ਸੀਟਾਂ ਮਿਲਣ ਤੇ ਸਾਨੂੰ ਪੋਜੀਸ਼ਨ ਮਿਲੇ ਤੇ ਸਾਨੂੰ ਅਹੁਦੇ ਮਿਲਣ, ਤੇ ਫਿਰ ਅਸੀਂ ਜਨਾਬ ਫਲਾਣਾ ਕੰਮ ਕਰਾਂਗੇ ਤੇ ਫਲਾਣੇ ਬੰਦੇ ਨਾਲ ਮਿਲਾਂਗੇ, ਨਹੀਂ ਤੇ ਹਾਂ ਉਹਨੂੰ ਮੂੰਹ ਵੀ ਨਹੀਂ ਲਾਣਾ। ਠੀਕ ਹੈ। ਦੈਨ ਛठी ਆਇਤ ਦੇ ਵਿੱਚ ਖੁਦਾ ਕੀ ਕਹਿ ਰਿਹਾ ਹੈ? ਖੁਦਾ ਕਹਿ ਰਿਹਾ ਜੀ क्योंकि सरफराजी ना तो मशरिक से ना मगरिब,
और ना जनूब से आती है, बल्कि खुदा ही अदालत करने वाला है। वो किसी को पस्त करता है और किसी को सरफराजी बख्शता है। जी जरा 7वीं आयत पढ़ो जी जरा पंजाबी च। पर परमेश्वर ही न्यायी है, ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ। Here you go, ਤੁਹਾਡੇ ਕੋਲ ਕੀ ਹੈ ਜੀ ਸਿਸਟਰ ਜੋਤੀ? ਪਰਮੇਸ਼ਵਰ ਦੇ ਹੱਥ ਵਿੱਚ ਇੱਕ ਕਟੋਰਾ ਹੈ, ਉਹ ਨਾ 7ਵੀਂ ਆਇਤ, 7ਵੀਂ ਨਹੀਂ ਸੌਰੀ 6ਵੀਂ ਆਇਤ, 6ਵੀਂ ਜੀ। ਨਿਆਂ ਨਾ ਪੂਰਬ ਤੋਂ ਅਤੇ ਨਾ ਹੀ ਪੱਛਮ ਤੋਂ ਅਤੇ ਨਾ ਹੀ ਉੱਤਰ ਤੋਂ ਅਤੇ ਨਾ ਹੀ ਦੱਖਣ ਤੋਂ ਆਵੇਗਾ। ਅਗਲੀ 7ਵੀਂ ਆਇਤ। ਪਰਮੇਸ਼ਵਰ ਦੇ ਹੱਥ ਵਿੱਚ ਇੱਕ ਕਟੋਰਾ ਹੈ, ਉਹ ਅੰਗੂਰੀ ਮੈਅ ਨਾਲ ਮੂੰਹ ਭਰਿਆ ਪਿਆ ਹੈ। ਉਸੇ ਆਇਤ ਨੂੰ ਕੰਟੀਨਿਊ ਕਰਨਾ ਵੇ 6ਵੀਂ ਨੂੰ। ਇੰਨੀ ਲਿਖੀ ਹੋਈ ਹੈ, ਇੰਨੀ ਹੋਈ ਹੈ। ਓ ਓਕੇ, ਇਹਦਾ ਮਤਲਬ ਥੋੜਾ ਜਿਹਾ ਫਰਕ ਹੁੰਦਾ, ਲੇਕਿਨ ਐਨੀਵੇ ਅੰਕਲ ਜੋਸ਼ੂਆ ਦੇ ਕੋਲ ਸਾਡੇ ਕੋਲ ਵੀ ਲਿਖੀ ਹੈ ਨਾ, ਉਹ ਵੇ ਖੁਦਾ ਹੀ ਅਦਾਲਤ ਕਰਨੇ ਵਾਲਾ ਹੈ, ਕਿਸੇ ਨੂੰ ਨੀਵਾਂ ਕਰਦਾ ਹੈ, ਕਿਸੇ ਨੂੰ ਕੀ ਕਰ ਦਿੰਦਾ ਹੈ? ਉੱਚਾ ਕਰ ਦਿੰਦਾ ਵੇ। ਅੱਛਾ, ਤੁਸੀਂ ਵੇਖਿਆ ਵੇ ਤੇ 3 ਐਂਗਲ 3 ਡਾਇਰੈਕਸ਼ਨ ਦੱਸੀਆਂ ਗਈਆਂ ਨੇ। ਸਰਫਰਾਜ਼ੀ ਮਤਲਬ ਲੀਡਰਸ਼ਿਪ ਜਿਹੜੀ ਹੈ, ਜਾਂ ਪੋਜੀਸ਼ਨ ਜਾਂ ਪਾਵਰ ਜਾਂ ਪ੍ਰਿਵਿਲੇਜ। ਓਕੇ, ਮਸ਼ਰਕ ਨਾ ਤਾਂ ਈਸਟ ਤੋਂ, ਓਕੇ, ਨਾ ਵੈਸਟ ਤੋਂ ਤੇ ਨਾ ਸਾਊਥ ਤੋਂ। ਹੇਅਰ ਯੂ ਗੋ, ਵਾਟ ਇਜ਼ ਦਿਸ ਪੁਆਇੰਟ, ਵਾਟ ਇਜ਼ ਦਿਸ ਮੀਨ? ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਵੇ, ਤੁਹਾਨੂੰ ਹੁਣ ਮੈਂ ਨਵੇਂ ਅਦਾਂ ਵਿੱਚ ਮਿਸਾਲ ਦੇ ਕੇ ਕਨੈਕਟ ਕਰ ਲਗਾ ਵਾਂ। ਤੁਹਾਨੂੰ ਯਾਦ ਹੈ ਖੁਦਾਵੰਦ ਯਿਸੂ ਮਸੀਹ ਨੇ ਇੱਕ ਤਮਸੀਲ ਸੁਣਾਈ ਸੀ ਟੈਲੈਂਟ ਦੀ, ਕਿ ਇੱਕ ਅਮੀਰ ਆਦਮੀ ਦੂਰ ਦੇ ਮੁਲਕ ਗਿਆ ਕਿਉਂਕਿ ਬਾਦਸ਼ਾਹੀ ਕੀ ਕਰਕੇ ਲੈ ਕੇ ਆਏ, ਵਾਪਸ ਲੈ ਕੇ ਆਏ, ਤੇ ਜਾਣ ਤੋਂ ਪਹਿਲਾਂ ਉਹਨੇ ਇੱਕ ਨੂੰ 10 ਤੋੜੇ ਦਿੱਤੇ, ਇੱਕ ਨੂੰ 5 ਤੇ ਇੱਕ ਨੂੰ 1। ਓਕੇ, ਸੋ ਮਾਈ ਕੁਐਸਚਨ ਇਜ਼ ਇਨ ਦਿਸ ਪੈਰਾਬਲ, ਬਾਦਸ਼ਾਹੀ ਲੈਣ ਦੀ ਦੂਰ ਜਾਣ ਦੀ ਕੀ ਲੋੜ ਹੈ? ਤੂੰ ਕੋਈ ਆਪਣਾ ਮਤਲਬ ਕਿ ਹਵਾਈ ਜਹਾਜ਼ ਖਰੀਦਣ ਚੱਲਾ ਹੈ? ਮਤਲਬ ਕੀ ਕਰਨ ਜਾ ਰਿਹਾ ਭਾਈ? ਠੀਕ ਹੈ ਨਾ, ਬਾਦਸ਼ਾਹੀ ਲੈਣੀ ਹੈ, ਇੱਥੇ ਹਮਲਾ ਕਰੋ, ਬਾਦਸ਼ਾਹੀ ਫੌਜ ਬਣਾ ਦਿਓ, ਜਾ ਕੇ ਅਟੈਕ ਕਰ ਦਿਓ, ਬਾਦਸ਼ਾਹੀ ਲੈ ਲਓ। Why you are going a far country to get position, power and privilege? Why? ਇੱਥੇ ਜਦੋਂ ਜ਼ਬੂਰ ਨਵੀਸ ਕਹਿ ਰਿਹਾ ਨਾ ਕਿ ਪਾਵਰ, ਪੋਜੀਸ਼ਨ, ਪ੍ਰਿਵਿਲੇजेस, ਮਸ਼ਰਕ, ਮਗਰਿਬ, ਜਨੂਬ, ਸਾਊਥ। ਵਾਈ? ਕਿਉਂ? ਅੱਜ ਵੀ ਮੈਨੂੰ ਮਿਸਾਲ ਦਿਓ, ਕਿਉਂ ਜਿਹੜਾ ਵੀ ਨਵਾਂ ਪ੍ਰੈਜ਼ੀਡੈਂਟ ਇੰਡੀਆ ਪਾਕਿਸਤਾਨ ਦੇ ਵਿੱਚ ਨਵੀਂ ਗਵਰਨਮੈਂਟ ਹੁੰਦੀ ਹੈ, ਸਾਰਿਆਂ ਨਾਲ ਪਹਿਲਾਂ ਯਾਤਰਾ ਕਿੱਥੋਂ ਦੀ ਕਰਦੇ ਨੇ? ਦੂਸਰੀਆਂ ਕੰਟਰੀਆਂ ਦੀ। ਇਹਨਾਂ ਦੀ? ਦੂਸਰੀਆਂ ਕੰਟਰੀਆਂ ਦੀ। ਟੌਪ ਤੇ ਕਿਹੜੇ ਮੁਲਕ ਹੁੰਦੇ ਨੇ? ਜਿਨ੍ਹਾਂ ਤੋਂ ਪੈਸਾ ਲੈਣਾ ਹੁੰਦਾ। ਅਮਰੀਕਾ। ਅਮਰੀਕਾ ਜਾਂ ਫਿਰ ਜਿਨ੍ਹਾਂ ਤੋਂ ਜ਼ਿਆਦਾ ਮਦਦ ਲੈਣੀ ਹੈ। ਹਾਂ, ਇਸ ਵੇਲੇ ਦੁਨੀਆ ਦਾ ਥਾਣੇਦਾਰ ਕੌਣ ਹੈ? ਅਮਰੀਕਾ। ਹੇਅਰ ਯੂ ਗੋ, ਠੀਕ ਹੈ। ਛੋਟੇ ਪੂਰੀ ਦੁਨੀਆ ਦੇ ਵਿੱਚ ਗਵਰਨਮੈਂਟਸ ਜਿਹੜੀਆਂ ਨੇ, ਭਾਵੇਂ ਉਹ ਇਰਾਨ ਵਿੱਚ ਹੋਏ ਤੇ ਭਾਵੇਂ ਪਾਕਿਸਤਾਨ ਵਿੱਚ ਹੋਏ ਤੇ ਭਾਵੇਂ ਗੁਆਟੇਮਾਲਾ ਹੋਏ ਤੇ ਭਾਵੇਂ ਇੰਡੀਆ ਹੋਏ ਤੇ ਭਾਵੇਂ ਦੂਜੇ ਤੀਜੇ ਛੋਟੇ ਮੋਟੇ ਜਿੰਨੇ ਮੁਲਕ ਨੇ ਆਲੇ ਦੁਆਲੇ, ਉਹਨਾਂ 'ਚ ਕਿਹੜੀ ਗਵਰਨਮੈਂਟ ਬਣੇਗੀ, ਕਿਹੜਾ ਬੰਦਾ ਆਏਗਾ, ਕਿਹੜਾ ਨਵਾਂ ਆਰਮੀ ਸਟਾਫ ਆਏਗਾ, ਕਿਹੜਾ ਬੰਦਾ ਕਿਵੇਂ ਚੱਲੇਗਾ, that's all been approved by the supreme or the main military mights in the world. ਠੀਕ ਹੈ। ਬਾਕੀਆਂ ਕੰਟਰੀਜ਼ ਦਾ ਤਾਂ ਮੈਨੂੰ ਨਹੀਂ ਪਤਾ, ਮੈਨੂੰ ਪਾਕਿਸਤਾਨ ਆਪਣੇ ਮੁਲਕ ਦਾ ਜ਼ਰੂਰ ਪਤਾ ਵੇ ਕਿ ਉੱਥੋਂ ਦੀ ਕੋਈ ਵੀ ਹਕੂਮਤ ਜਿਹੜੀ ਹੈ ਉਹ ਅਮਰੀਕਾ ਦੀ ਮਰਜ਼ੀ ਦੇ ਬਗੈਰ ਨਹੀਂ ਬਣਦੀ। ਓਕੇ, ਭਾਵੇਂ ਉਹ ਚੀਫ ਆਫ ਆਰਮੀ ਸਟਾਫ ਹੋਏ ਤੇ ਭਾਵੇਂ ਉਹ ਪ੍ਰੈਜ਼ੀਡੈਂਟ ਹੋਏ, ਪ੍ਰਾਈਮ ਮਿਨਿਸਟਰ ਹੋਏ, ਕੁਛ ਵੀ ਹੋਏ, ਜਿੰਨੇ ਚਿਰ ਤੱਕ ਅਮਰੀਕਾ ਦੀ ਆਸ਼ੀਰਵਾਦ ਨਾ ਹੋਏ ਉਹਨੇ ਚਿਰ ਤੱਕ ਉੱਥੋਂ ਦੀ ਗਵਰਨਮੈਂਟ ਇਸਟੈਬਲਿਸ਼ ਨਹੀਂ ਹੋ ਸਕਦੀ। ਠੀਕ ਹੈ। ਇਹ ਹੀ ਕੰਮ ਹੁੰਦਾ ਸੀ ਮੇਰੇ ਅਜ਼ੀਜ਼ੋ ਯਿਸੂ ਮਸੀਹ ਦੇ ਦੌਰ ਵਿੱਚ ਵੀ। ਯਿਸੂ ਮਸੀਹ ਦੇ ਦੌਰ ਵਿੱਚ ਸੁਪਰ ਪਾਵਰ ਕੌਣ ਸੀ? ਰੋਮ। ਗਵਰਨਰ ਕਿੱਥੋਂ ਦਾ ਹੁੰਦਾ ਸੀ? ਪਿਲਾਤੁਸ। ਕਿੱਥੋਂ ਦਾ ਗਵਰਨਰ ਸੀ? ਯਰੂਸ਼ਲਮ ਦਾ, ਰਿਪਰੈਜ਼ੈਂਟਿੰਗ ਰੋਮ। ਹੈਰੋਦਿਸ ਬਾਦਸ਼ਾਹ ਦੇ ਫੈਮਲੀਜ਼ ਨੂੰ ਬਾਦਸ਼ਾਹ ਬਣਾਉਣ ਵਾਲੇ ਪਿੱਛੇ ਰੋਮਨ ਸੈਨੇਟ ਹੁੰਦੀ ਸੀ ਜਿਹੜੀ ਅਪਰੂਵ ਕਰਦੀ ਸੀ ਇਹ ਮੁਲਕ ਦੇ ਵਿੱਚ ਕਿਹੜਾ ਬੰਦਾ ਬਣੇਗਾ। ਐਨਜੀ ਤੁਸੀਂ ਵੇਖੋਗੇ, ਅਸੀਂ ਇਤਿਹਾਸ ਪੜ੍ਹਨ ਡਏ ਆ, ਅਸੀਂ ਬਾਦਸ਼ਾਹਾਂ ਦੀ ਕਿਤਾਬਾਂ ਪੜ੍ਹਨ ਡਏ ਆ। ਤੁਸੀਂ ਜਦੋਂ ਉਹਦੇ ਚੋਂ ਗੁਜ਼ਰੋਗੇ ਤਾਂ ਅਸਾਂ ਪੜ੍ਹਿਆ ਨਾ ਕਿ ਕੱਲ ਅਸਾਂ ਪੜ੍ਹਿਆ ਸੀ ਕਿ ਮਿਸਰ ਦਾ ਬਾਦਸ਼ਾਹ ਸੀਸਕ ਹਮਲਾ ਕਰਨ ਆ ਗਿਆ। ਠੀਕ ਹੈ। ਉਹਦੇ ਬਾਅਦ ਅਸਾਂ ਪੜ੍ਹਿਆ ਸੀ ਕਿ ਬਾਬਲ ਦਾ ਆ ਗਿਆ, ਫਿਰ ਅਸਾਂ ਪੜ੍ਹਿਆ ਅਸੂਰੀਆਂ ਦਾ ਆ ਗਿਆ, ਫਿਰ ਅਸਾਂ ਵੇਖਿਆ ਫਲਸਤੀਨ ਵੀ ਹਮਲਾ ਕਰ ਦਿੰਦੇ ਹਨ ਕਦੀ ਕਦੀ। ਠੀਕ ਹੈ। ਸੋ ਉਹਨਾਂ ਗਵਰਨਮੈਂਟ ਦੇ ਕੋਲੋਂ ਪ੍ਰੋਟੈਕਸ਼ਨ ਲੈਣ ਲਈ, ਆਂਢ ਗੁਆਂਢ ਦੇ ਕੋਲੋਂ ਔਰ ਆਪਣੇ ਐਲਾਈਜ਼ ਬਣਾਉਣ ਲਈ ਜਿਹੜੇ ਬਾਦਸ਼ਾਹ ਬਣਦੇ ਹਨ, these ਬਾਦਸ਼ਾਹs, these kings, this government has been established by the power and the alliance of the neighboring strong and powerful countries.
ਸੋ ਦੈਟਸ ਵਾਈ ਖੁਦਾ ਬਾਰ-ਬਾਰ ਯਹੂਦਾ ਦੇ ਬਾਦਸ਼ਾਹਾਂ ਨੂੰ ਕਹਿੰਦਾ ਵੇ ਤੁਸੀਂ ਮਿਸਰ ਕੋ ਕੀ ਲੈਣ ਗਏ ਸੋ, ਉਹ ਤੁਸੀਂ ਬਾਬਲੀਆਂ ਕੋ ਕੀ ਲੈਣ ਗਏ ਸੋ, ਤੁਸੀਂ ਅਸੂਰੀਆਂ ਕੋ ਕੀ ਲੈਣ ਗਏ ਸੋ। ਹਕੂਮਤ ਜਿਹੜੀ ਏ, ਬਾਦਸ਼ਾਹੀ ਜਿਹੜੀ ਏ, ਪੋਜੀਸ਼ਨ ਜਿਹੜੀ ਏ, ਪਾਵਰ ਜਿਹੜੀ ਏ, ਉਹ ਤੇ ਮੈਂ ਦੇਣਾ ਵਾ। ਮੈਂ ਜਿੰਨੂੰ ਮਰਜ਼ੀ ਬਾਦਸ਼ਾਹ ਬਣਾ ਦਾਂ ਤੇ ਮੈਂ ਜਿਹਨੂੰ ਮਰਜ਼ੀ ਲਾ ਦੇਵਾਂ। ਖੁਦਾ ਬਾਬਲ ਦੇ ਬਾਦਸ਼ਾਹ ਨੂੰ ਕਹਿੰਦਾ ਹੈ ਕਿ ਨਬੂਕਦਨਜ਼ਰ ਜਿਹੜਾ ਵੇ ਉਹ ਮੇਰਾ ਮਮਸੂ ਹੈ। ਖੁਦਾ ਖੋਰਸ ਪਰਸ਼ੀਅਨ ਕਿੰਗ ਜਿਹਨੇ ਯਹੂਦੀ ਵਾਪਸ ਕਰ ਲਏ ਹਨ, ਉਹਨਾਂ ਨੂੰ ਖੁਦਾ ਕਹਿੰਦਾ ਵੇ ਕਿ ਉਹ ਮੇਰਾ ਅਪੁਆਇੰਟ ਕੀਤਾ ਹੋਇਆ ਬੰਦਾ ਵੇ। ਸੋ ਥੀਸ ਆਰ ਪੀਪਲ, ਖੁਦਾ ਕਹਿੰਦਾ ਵੇ ਕਿ ਮੈਂ ਲਾਏ ਹੋਏ ਲੋਕ ਨੇ। ਤੁਸੀਂ ਉਹਨਾਂ ਕੋਲ ਮਦਦ ਮੰਗਣ ਦੇ ਟੁਰ ਜਾਂਦੇ ਹੋ, ਤੁਸੀਂ ਉਹਨਾਂ ਕੋਲ ਪ੍ਰੋਟੈਕਸ਼ਨ ਮੰਗਣ ਦੇ ਟੁਰ ਜਾਂਦੇ ਹੋ, ਲੇਕਿਨ ਤੁਸੀਂ ਜਿਹੜਾ ਮੇਨ ਸੋਰਸ ਹੈ ਉਹਦੇ ਕੋਲ ਤੁਸੀਂ ਆਉਂਦੇ ਕੋਈ ਨਹੀਂ। ਸੋ ਸਾਮਿਸਟ ਜ਼ਬੂਰ ਨਵੀਂ ਸਾਨੂੰ ਯਾਦ ਦਿਲਾ ਰਿਹਾ ਵੇ ਕਿ ਸਾਨੂੰ ਕਲੀਸਿਆ ਦੇ ਵਿੱਚ, ਕਮਿਊਨਿਟੀ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਅਗਰ ਸਾਨੂੰ ਪਾਵਰ ਚਾਹੀਦੀ ਹੈ, ਪੋਜੀਸ਼ਨ ਚਾਹੀਦੀ ਹੈ, ਟਾਈਟਲ ਚਾਹੀਦੇ ਨੇ, ਸਾਨੂੰ ਕੁਝ ਵੀ ਚਾਹੀਦਾ ਵੇ, ਤੇ ਇਹ ਪ੍ਰਮੋਸ਼ਨ ਦੇ ਨਾਲ ਜਾਂ ਲੌਬਿੰਗ ਕਰਨ ਦੇ ਨਾਲ ਨਹੀਂ ਆਉਣਗੇ, ਕੋਈ 2-4 ਲੋਕਾਂ ਨੂੰ, 2-4 ਘਰਾਣਿਆਂ ਨੂੰ ਇਨਫਲੂਐਂਸ ਕਰਨ ਨਾਲ ਨਹੀਂ ਆਉਣਗੇ। ਥੀਸ ਵਿਲ ਕਮ ਡਾਇਰੈਕਟ ਫਰਮ ਗॉड। ਇਹ ਖੁਦਾ ਲਾਉਂਦੇ ਨੇ। ਖੁਦਾ ਕਿਹਨੂੰ ਸਰਫਰਾਜ਼ੀ ਬਖਸ਼ਦਾ ਹੈ, ਖੁਦਾ ਕਿਹਨੂੰ ਲਾ ਦਿੰਦਾ ਵੇ। ਔਰ ਅੱਗੇ ਖੁਦਾ ਕਹਿੰਦਾ ਵੇ ਕਿ ਮੈਂ ਦੇਣਾ ਕਿਹਨਾਂ ਨੂੰ ਆ। ਕਿਹਨਾਂ ਨੂੰ ਦਿੰਦਾ ਜੀ? ਪਹਿਲਾ ਪਤਰਸ ਦਾ ਹਵਾਲਾ ਕੱਢਿਓ ਜੀ, 5ਵਾਂ ਬਾਬ ਤੇ 6ਵੀਂ ਆਇਤ। ਜਿਹਨੇ ਵੀ ਕੱਢ ਲਿਆ ਜੀ ਹਵਾਲਾ ਦੱਸ ਕੇ ਪੜੇ। ਅੱਛਾ ਜੀ, ਪਹਿਲਾ ਪਤਰਸ ਉਹਦਾ 5ਵਾਂ ਬਾਬ ਤੇ 6ਵੀਂ ਆਇਤ। ਹਾਂਜੀ। ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ, ਭਈ ਉਹ ਤੁਹਾਨੂੰ ਵੇਲੇ ਸਿਰ ਉੱਚੀਆਂ ਕਰੇ। Here you go. ਸੋ ਕਿਹਦੇ ਥੱਲੇ ਨੀਵੀਆਂ ਕਰੋ? ਖੁਦਾ ਦੇ ਹੱਥ ਥੱਲੇ। ਓਕੇ, ਤੁਹਾਨੂੰ ਯਾਦ ਨਾ ਕੋਰਾ ਦਾ ਬਾਪ ਜਿਹੜਾ ਸੀ, ਜਿਹੜਾ ਜਿਹਨੇ ਮੂਸਾ ਦੇ ਖਿਲਾਫ, ਲੀਡਰਸ਼ਿਪ ਦੇ ਖਿਲਾਫ ਜਿਹਨੇ ਬਗਾਵਤ ਕਰ ਦਿੱਤੀ ਸੀ, ਠੀਕ ਹੈ ਨਾ, ਕੀ ਹਾਲ ਹੋਇਆ ਸੀ ਸੁਣਿਆ ਸੀ, ਠੀਕ ਹੈ ਨਾ। ਸੋ ਖੁਦਾ ਯਾਦ ਦਿਲਾਉਂਦਾ ਪਤਰਸ ਦੀ ਮਾਰਫਤ, ਤੁਸੀਂ ਖੁਦਾ ਦੇ ਹੱਥ ਦੇ ਥੱਲੇ ਕੀ ਰਵੋ? ਫਰੋਤਨੀ ਦੇ ਨਾਲ, ਆਜਜ਼ੀ ਨਾਲ ਰਵੋ। ਜਦੋਂ ਤੁਹਾਡਾ ਟਾਈਮ ਆਏਗਾ, nobody can stop you। ਜਦੋਂ ਤੁਹਾਡੀ ਵਾਰੀ ਆ ਗਈ, ਖੁਦਾ ਨੂੰ ਅਪੁਆਇੰਟ ਹੋ ਗਿਆ, then ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਤੁਹਾਡੇ ਡਿਜ਼ਾਇਰਡ ਔਰ ਤੁਹਾਡੇ ਡੈਸਟਿਨ ਸਟੇਟਸ ਨੂੰ ਹੱਥ ਨਹੀਂ ਲਾ ਸਕਦੀ। ਔਰ ਖੁਦਾ ਕਿਹਨੂੰ ਦਿੰਦਾ ਵੇ? ਹੰਬਲ ਲੋਕਾਂ ਨੂੰ, ਫਰੋਤਨ ਲੋਕਾਂ ਨੂੰ, ਆਜਜ਼ ਲੋਕਾਂ ਨੂੰ। ਤੇ ਜਿਹੜੇ ਆਪੀ ਹੀ ਆਗੂ ਤੇ ਆਪੇ ਹੀ ਚਲਾਕੀਆਂ ਮਾਰਦੇ ਫਿਰਦੇ ਨੇ ਨਾ, ਆਪੀ ਪ੍ਰਮੋਟ ਕਰਦੇ ਫਿਰਦੇ ਨੇ ਆਪਣੇ ਆਪ ਨੂੰ, ਠੀਕ ਹੈ ਨਾ, ਉਹ ਬੜੀ ਛੇਤੀ ਚੜ੍ਹਦੇ ਵੀ ਨੇ ਤੇ ਉਂਝ ਥੱਲੇ ਆ ਪੈਂਦੇ ਨੇ, ਠੀਕ ਹੈ। ਦੈਟਸ ਦ ਪੁਆਇੰਟ। ਖੁਦਾ ਕਹਿ ਰਿਹਾ ਜੀ ਕਿ ਕਰਦਾ ਵੇ। ਓਕੇ, ਸੋ 8ਵੀਂ ਆਇਤ ਬੜੀ ਇੰਪੋਰਟੈਂਟ ਹੈ। 8ਵੀਂ ਆਇਤ ਅਸੀਂ ਵੇਖਦੇ ਹਾਂ, ਉੱਥੇ ਲਿਖਿਆ ਵੇ ਕਿ ਜੀ ਖੁਦਾ ਕੇ ਹਾਥ ਮੇ ਪਿਆਲਾ ਹੈ। ਆਹ ਐ ਲੱਗਣਾ ਜਿਵੇਂ ਖੁਦਾ ਇੱਥੇ ਨਾ ਸਾਕੀ ਬਣਿਆ ਹੋਇਆ ਹੈ। ਉਹ ਇੱਕ ਗਜ਼ਲ ਸੀ ਨਾ, ਉਹਨੇ ਗਾਈ ਸੀ ਜਗਜੀਤ ਸਿੰਘ ਨੇ, ਉਹਦੇ ਲਾ ਪਿਲਾ ਦੇ ਸਾਕਿया पैमाना पैमाने के बाद, होश की बातें करूंगा मैं होश में आने के बाद। इंटरेस्टिंगली, ठीक है। सो ਉਹ ਕਹਿੰਦੇ ਆ ਜੀ, ਸ਼ਾਇਰ ਕਹਿੰਦਾ ਵੇ ਕਿ ਮਤਲਬ ਪਿਆਲਾ ਪਿਆਣ ਵਾਲਾ। ਤੁਹਾਨੂੰ ਪਤਾ ਵੇ ਨਹਿਮੀਆ ਗਵਰਨਰ ਜਿਹੜਾ ਸੀ, ਨਹਿਮੀਆ ਜਿਹਨੇ ਆ ਕੇ ਯਰੂਸ਼ਲਮ ਦੀ ਕੰਧ ਬਣਾਈ ਸੀ, ਤੁਹਾਨੂੰ ਪਤਾ ਉਹਦੀ ਡਿਊਟੀ ਕੀ ਸੀ? ਪਰਸ਼ੀਅਨ ਬਾਦਸ਼ਾਹ ਦੇ ਉਹਦੇ ਵਿੱਚ ਉਹ ਬਾਦਸ਼ਾਹ ਦਾ ਸਾਕੀ ਸੀ। ਬਾਦਸ਼ਾਹ ਦੇ ਪਿਆਲੇ ਦੇ ਵਿੱਚ ਕੀ ਪਾਉਂਦਾ ਹੁੰਦਾ ਸੀ? ਮੈਂ ਪਾਉਂਦਾ ਹੁੰਦਾ ਸੀ। ਸੋ ਦੈਟਸ ਅ ਕਲਚਰਲ ਥਿੰਗ। ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਨਾ ਐਕਚੁਅਲੀ ਮੈਂ ਨੂੰ, ਵਾਈਨ ਨੂੰ, ਔਰ ਉਹਨੂੰ ਨਾ ਪਤਾ ਨਹੀਂ ਕਿਉਂ, ਕਿਉਂਕਿ ਸਾਡੇ ਉੱਥੇ ਬਿਉੜੇ ਬੜੇ ਹੁੰਦੇ ਨੇ, ਐਵੇਂ ਪੀ ਕੇ, ਕੱਚੀ ਸ਼ਰਾਬ ਪੀ ਕੇ ਤੇ ਐਵੇਂ ਸ਼ੋਰ ਪਾਈ ਆਉਣਾ, ਠੀਕ ਹੈ, ਐਵੇਂ ਖੱਪ ਪਾਈ ਹੋਣੀ। ਮਤਲਬ ਜਿਹਨੇ ਪਾਣੀ ਪੀ ਲਿਆ ਹੈਗਾ ਨਾਲ ਬੈਠਿਆ, ਉਹ ਵੀ ਸ਼ੋਰ ਪਾਈ ਜਾਏਗਾ, ਹੰਗਾਰੇ ਮਾਰਦਾ ਫਿਰੇਗਾ ਐਵੇਂ, ਨਾ ਕੋਈ ਵਜ੍ਹਾ ਨਾ ਗੱਲ ਨਾ ਬਾਤ, ਠੀਕ ਹੈ। ਸੋ ਸਾਡੇ ਕੰਟੈਕਸਟ ਦੇ ਵਿੱਚ ਚੂੰਕਿ ਉਹਨੂੰ ਬਿਲਕੁਲ ਹੀ ਇਲਿਟਰਸ ਔਰ ਉਹਨੂੰ ਬਹੁਤ ਹੀ ਜਿਹਨੂੰ ਕਿਹਾ ਜਾਏ ਨਾ ਕਿ ਬਦਤਮੀਜ਼ੀ ਦੀ ਹੱਦ ਤੱਕ ਉਹਨੂੰ ਯੂਜ਼ ਕੀਤਾ ਜਾਂਦਾ ਵੇ, ਠੀਕ ਹੈ। ਜਦ ਕਿ ਵਾਈਨ ਡਰਿੰਕਿੰਗ ਜਿਹੜੀ ਹੈ, ਦੈਟ ਇਜ਼ ਅ ਰਾਇਲ ਐਕਸਰਸਾਈਜ਼। ਦੈਟਸ ਅ ਰਾਇਲ ਐਕਸਰਸਾਈਜ਼। ਆਮ ਬੰਦੇ ਦੇ ਵਾਸਤੇ ਕੰਮ ਹੀ ਨਹੀਂ ਹੁੰਦਾ ਐਕਚੁਅਲੀ, ਠੀਕ ਹੈ। ਦੋਜ਼ ਹੂ ਹੈਵ ਫੀਲਡ, ਜਿਨ੍ਹਾਂ ਕੋਲ ਨੌਕਰ ਚਾਕਰ ਨੇ, ਜਿਨ੍ਹਾਂ ਕੋਲ ਵਾਈਨ ਪ੍ਰੈਸਸ ਨੇ, ਜਿਨ੍ਹਾਂ ਦੇ ਕੋਲ ਲੋਕ ਨੇ ਵਾਈਨ ਕੱਢ ਕੇ, ਔਰ ਅੰਗੂਰ ਇੰਨੇ ਜ਼ਿਆਦਾ ਹੁੰਦੇ ਹਨ, ਔਰ ਉੱਥੋਂ ਦੀ ਬੇਸਿਕ ਪੈਦਾਵਾਰ, ਜਿਵੇਂ ਸਾਡੇ ਇੰਡੀਆ ਪਾਕਿਸਤਾਨ ਤੋਂ ਜਿਹੜੇ ਐਗਰੀਕਲਚਰ ਪੰਜਾਬ ਹੈ, ਉੱਥੋਂ ਮੇਨ ਚੀਜ਼ਾਂ ਕੀ ਹੁੰਦੀਆਂ ਨੇ ਅੰਕਲ ਜੀ? ਸਾਡੀਆਂ ਮੇਨ ਕ੍ਰੌਪਸ ਕਿਹੜੀਆਂ ਨੇ? ਕਣਕ, ਹਾਂਜੀ, ਰਾਈਸ ਨੇ, ਚਾਵਲ ਹੈ, ਗੰਨਾ में, ਠੀਕ ਹੈ, ਹਾਂਜੀ। ਸੋ ਸਾਡੇ ਕੰਟੈਕਸਟ ਦੇ ਵਿੱਚ these are the major crops ਜਿਹੜੀਆਂ ਨਾ ਸਿਰਫ ਮੁਲਕ ਨੂੰ ਪੈਦਾਵਾਰ ਦਿੰਦੇ ਨੇ ਬਲਕਿ ਬਾਹਰ ਵੀ ਕੱਢਦੀਆਂ ਨੇ, ਠੀਕ ਹੈ। ਪੈਲਸਟਾਈਨ ਦੇ ਵਿੱਚ ਜਿਹੜੀ ਬੇਸਿਕ ਔਰ ਪ੍ਰਾਇਮਰੀ ਜਿਹੜੀ ਪੈਦਾਵਾਰ ਹੁੰਦੀ ਸੀ, that was ਵਾਈਨ, ਯਾਨੀ ਅੰਗੂਰਾਂ ਦੇ ਤਾਕਿਸਤਾਨ, ਔਰ ਓਲਿਵ ਜਿਹੜੇ ਕਾਮਨ ਜਿਹੜੇ ਹੁੰਦੇ ਸਨ, ਠੀਕ ਹੈ ਨਾ। ਸੋ ਦੈਟਸ ਵਾਈ ਇੱਥੇ ਖੁਦਾ ਕਹਿ ਰਿਹਾ ਵੇ ਕਿ ਕਾਮਨ ਪ੍ਰੈਕਟਿਸ ਯੂਜ਼ ਕਰਨ ਡਿਆ, ਇਟਸ ਅ ਗੈਦਰਿੰਗ। ਖੁਦਾ ਦੇ ਹੱਥ ਦੇ ਵਿੱਚ ਪਿਆਲਾ ਵੇ, ਲੇਕਿਨ ਪਿਆਲਾ ਕਿਹੜਾ ਵੇ?
और मैं झाग वारी है, मतलब दैट्स अ प्योर ग्रेट अ पावरफुल वाइन जिहड़ी मिली हुई है और खुदावंद उसमें से उंडेलता है। ओह, गॉड बिकम अ कप बेरर, और खुदा दे रहा वे, लेकिन किन्ना नु दे रहा वे? बेशक उसकी तिलछट जमीन के सब शरीर। सो हियर इज द इमेज ऑफ अ पार्टी, इमेज ऑफ अ कप। ਸੋ ਦੋ ਤਰ੍ਹਾਂ ਦੇ ਕੱਪ ਹੁੰਦੇ ਹਨ। ਵੇਖੋ, ਜਦੋਂ ਤੁਸੀਂ ਕਿਸੇ ਦੇ ਘਰ ਦਾਵਤ ਤੇ ਜਾਂਦੇ ਹੋ, ਅਗਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਔਰ ਤੁਹਾਨੂੰ ਆਨਰ ਦੇ ਕੇ ਉਹ ਤੁਹਾਡੇ ਸਾਹਮਣੇ ਜਿਹੜਾ ਕੱਪ ਜਾਂ ਪਿਆਲਾ ਉਸ ਕੰਟੈਕਸਟ ਵਿੱਚ ਪੇਸ਼ ਕਰੀਦਾ ਹੀ, that was a sign of respect and honor, okay? ਲੇਕਿਨ ਜਿਹੜੀ ਜਗ੍ਹਾ ਤੇ ਉਹਨੇ ਬਿਜ਼ਤ ਕਰਾਉਣਾ ਹੁੰਦਾ ਸੀ, ਜਿਹੜੀ ਜਗ੍ਹਾ ਤੇ ਉਹਨੇ ਬੰਦੇ ਨੂੰ ਜ਼ਲੀਲ ਕਰਵਾਉਣਾ ਹੁੰਦਾ ਸੀ, ਉੱਥੇ ਉਹ ਉਹਨੂੰ ਐਸੇ ਪਿਆਉਂਦੇ ਹਨ ਕਿ ਜਿਹਨੂੰ ਪੀ ਕੇ ਤੇ ਬੰਦਾ ਆਊਟ ਆਫ ਸੈਂਸਸ ਹੋ ਜਾਏ, ਕਿਤੇ ਉੱਥੇ ਡਿੱਗਦਾ ਫਿਰੇ ਤੇ ਕਦੀ ਉੱਥੇ ਡਿੱਗਦਾ ਫਿਰੇ ਤੇ ਕਦੀ, ਮਤਲਬ ਉਹਨੂੰ ਟੋਟਲੀ ਜਿਹੜਾ ਵਾ ਨਾ ਉਹਦੀ ਰਿਸਪੈਕਟ ਨੂੰ ਪਬਲਿਕ ਵਿੱਚ ਕੀ ਕਰ ਦੇਣਾ, ਉਹਨੂੰ ਮਲਿਆਮੇਟ ਕਰ ਦੇਣਾ। ਠੀਕ ਹੈ, ਇੱਥੇ ਖੁਦਾ ਸਜ਼ਾ ਦੇ ਰਿਹਾ ਵੇ ਸ਼ਰੀਰਾਂ ਨੂੰ ਜਿਨ੍ਹਾਂ ਨੇ ਆਪਣੇ ਸਿੰਘ ਉੱਚੇ ਕੀਤੇ ਨੇ, ਜਿਨ੍ਹਾਂ ਨੇ ਖੁਦਾ ਦੇ ਖਿਲਾਫ ਬਗਾਵਤ ਕੀਤੀ ਹੈ, ਇਹਨਾਂ ਗਰਦਨਕਸ਼ੀ ਕੀਤੀ ਹੈ, ਔਰ ਅੱਗੇ ਇਮੇਜ ਯੂਜ਼ ਕਰਨ ਡਿਆ ਖੁਦਾ ਉਹਨਾਂ ਨੂੰ ਪਿਆਲਾ ਦੇ ਰਿਹਾ ਵੇ, ਲੇਕਿਨ ਦਿਸ ਇਜ਼ ਦ ਕੱਪ ਆਫ ਗॉड्स ਰਾਥ। ਇਹ ਖੁਦਾ ਦੇ ਗਜ਼ਬ ਦਾ ਪਿਆਲਾ ਵੇ, ਇਹ ऑनर और रिस्पेक्ट ਦਾ ਪਿਆਲਾ ਨਹੀਂ ਹੈ। ऑनर और रिस्पेक्ट ਦਾ ਪਿਆਲਾ ਤੁਹਾਨੂੰ ਨਜ਼ਰ ਆਏਗਾ ਜ਼ਬੂਰ 23 ਦੇ ਵਿੱਚ। ਉੱਥੇ ਕੀ ਹੈ? ਮੇਰਾ ਪਿਆਲਾ क्या होता है? लबरेज होता है। ਉੱਥੇ ਵੀ ਖੁਦਾ ਪਿਆਲਾ ਦੇ ਰਿਹਾ ਵੇ, ਔਰ ਖੁਦਾ, ਲੇਕਿਨ ਉਹ ਪਿਆਲਾ ਕਿਹੜਾ ਵੇ? ਉਹ ਪਿਆਲਾ ਓਵਰਫਲੋ ਦਾ ਵੇ, ਉਹ ਪਿਆਲਾ ਰਿਸਪੈਕਟ ਐਂਡ ਆਨਰ ਦਾ ਵੇ। ਇੱਥੇ ਖੁਦਾ ਸ਼ਰੀਰਾਂ ਨੂੰ ਪਿਆਲਾ ਪਿਆ ਰਿਹਾ ਵੇ, ਔਰ ਖੁਦਾ ਦੇ ਗਜ਼ਬ ਦਾ ਪਿਆਲਾ ਵੇ। ਔਰ ਐਸੇ ਇਮੇਜ ਨੂੰ ਯਸਾਇਆ ਨੇ ਵੀ ਯੂਜ਼ ਕੀਤਾ ਵੇ, ਐਸੇ ਇਮੇਜ ਨੂੰ ਯਰਮੀਆ ਨੇ ਵੀ ਯੂਜ਼ ਕੀਤਾ ਵੇ। ਸਿਸਟਰ ਸੁੰਬਲ ਔਰ ਸਿਸਟਰ ज्योति ਜ਼ਰਾ ਇੱਕ ਹਵਾਲਾ ਕੱਢ ਕੇ ਰੱਖਿਓ, ਯਰਮੀਆ 5 ਬਾਬ ਦੀ 15 ਆਇਤ ਪੜ੍ਹੇ ਇੱਕ ਜਣਾ, ਤੇ ਇੱਕ ਜਣਾ ਯਸਾਇਆ 51 ਬਾਬ ਦੀ 17ਵੀਂ ਆਇਤ 17। ओके, मैं पढ़ांगी यशाया ਉਹਦੀ 5ਵੀਂ ਆਇਤ ਦੀ 17ਵੀਂ ਬਾਤ। ਯਰੂਸ਼ਲਮ ਦੇ ਦੁੱਖਾਂ ਦਾ ਅੰਤ। ਯਰੂਸ਼ਲਮ ਤੋਂ ਜਾਗ ਉੱਠ ਅਤੇ ਉੱਠ ਕੇ ਖੜਾ ਹੋ, ਤੂੰ ਪ੍ਰਭੂ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ ਅਤੇ ਇਸ ਕਾਰਨ ਤੂੰ ਡਗਮਗਾ ਰਿਹਾ ਹੈ। ਥੈਂਕ ਯੂ। ਕਿਹੜਾ ਪਿਆਲਾ ਪੀਤਾ ਵੇ? ਕ੍ਰੋਧ ਦਾ, ਖੁਦਾ ਦੇ ਗਜ਼ਬ ਦਾ ਪਿਆਲਾ ਤੂੰ ਖੁਦਾ ਦੇ ਹੱਥੋਂ ਪੀਤਾ ਵੇ। ਤੂੰ ਇਸੇ ਲਈ ਲੜਖੜਾਣ ਡਿਆ, ਡਿੱਗਣ ਡਿਆ ਵੇਂ, ਲੇਕਿਨ ਉੱਠ ਹੁਣ, ਆਪਣੇ ਆਪ ਨੂੰ ਸੰਭਾਲ, ਕਿਉਂਕਿ ਖੁਦਾਵੰਦ ਤੈਨੂੰ ਕੀ ਕਰੇਗਾ? ਹੁਣ ਸੰਭਾਲੇਗਾ। ਪਿਆਲਾ ਵੀ ਤੈਨੂੰ ਖੁਦਾ ਨੇ ਦਿੱਤਾ ਹੀ ਪੀਣ ਲਈ। ਓਕੇ, ਨਾਓ ਹੀ ਵਿਲ ਰਿਸਟੋਰ ਯੂ ਅਗੇਨ। ओके, ठीक है ना? ठीक है। मेहदी हसन ने एक बड़ी अच्छी गजल गाई है, आंदा मैं होश में था तो उसके घर गया कैसे, ये लहू मेरे रगों में उतर गया कैसे। ठीक है ना? तो कहंदा जी कि मैं होश च सां ते मैं दूजे दे घर क्यों चला गया, मैं अपने घर क्यों नहीं गया। ठीक है ना? तो ਜਿਹੜੇ ਪੀ ਕੇ ਨਿਕਲਦੇ ਨੇ, ਤੁਹਾਨੂੰ ਪਤਾ ਸਾਡੇ ਸ਼ਰਾਬ ਤੇ ਔਰ ਪੀਣ ਪਲਾਨ ਤੇ ਪਿਆਲਿਆਂ ਤੇ ਬੜੀਆਂ ਗਜ਼ਲਾਂ, ਬੜੇ ਗਾਣੇ ਨੇ। ਦੈਟਸ ਅ ਕਾਮਨ ਪ੍ਰੈਕਟਿਸ ਇਨ ਐਵਰੀ ਕਲਚਰ। ਠੀਕ ਹੈ, ਜਿਹੜਾ ਲੋਕ ਜਿਹੜੇ ਬੰਦੇ ਨੂੰ ਅਫੋਰਡ ਕਰ ਸਕਦੇ ਨੇ, ਦੇ ਡੂ ਦੈਟ, ਨੋਬਡੀ ਕੈਨ ਸਟਾਪ them। ਬਟ ਖੁਦਾ ਉਸੇ ਕਲਚਰਲ ਕੰਟੈਕਸਟ ਦੇ ਵਿੱਚ ਰਹਿੰਦਿਆਂ ਹੋਏ ਨਾ ਇਮੇਜ ਯੂਜ਼ ਕਰਨ ਡਿਆ ਵੇ ਜ਼ਬੂਰ ਵਿੱਚ ਕਿ ਪਿਆਲੇ ਜਿਹੜੇ ਤੁਸੀਂ ਪੀਂਦੇ ਹੋ ਉਹਨਾਂ 'ਚ ਇੱਕ ਰਿਸਪੈਕਟ ਦਾ ਪਿਆਲਾ ਵੇ, ਇੱਕ ਰਹਿਤ ਦਾ ਖੁਦਾ ਦੇ ਕ੍ਰੋਧ ਦਾ ਪਿਆਲਾ ਵੀ ਹੈ। ਠੀਕ ਹੈ ਸਿਸਟਰ ਸੰਭਲ? ਹਾਂਜੀ, यिर्मयाह 25 बाब 15 आयत। क्योंकि खुदावंद इस्राएल के खुदा ने मुझे फरमाया कि गजब की मैं का ये प्याला मेरे हाथ से ले और उन सब कौमों को जिनके पास मैं तुझे भेजता हूँ पिला। Here you go. So खुदा दे गजब दा, क्रोध दा प्याला, मतलब खुदा दा कलाम, खुदा दी अदालत जिहड़ी है ਉਹ ਕੌਮਾਂ ਦੇ ਕੀ ਕਰਦੇ? ਉੰਡੇਲ ਦੇ, ਪ੍ਰੋਕਲੇਮ ਕਰਦੇ, ਕਲਾਮ ਸੁਣਾ ਜਾ ਕੇ, ਔਰ ਖੁਦਾ ਦੀ ਅਦਾਲਤ ਨੂੰ ਜਾਰੀ ਕਰਦੇ। ਇਸ ਲਈ ਤੁਸੀਂ ਵੇਖੋਗੇ ਕਿ ਮੁਕਾਸ਼ਫਾ ਦੀ ਕਿਤਾਬ ਜਿਹੜੀ ਇਹ ਪ੍ਰਕਾਸ਼ ਹੀ ਹੈ ਨਾ? Here you go. ਪ੍ਰਕਾਸ਼ਿਤ ਵਾਰਾ, ਉਹਦੇ ਵਿੱਚ ਵੀ ਤੁਸੀਂ ਵੇਖੋਗੇ 14ਵਾਂ ਬਾਬ ਹੈ, 17ਵਾਂ ਬਾਬ ਹੈ ਔਰ 16ਵਾਂ ਬਾਬ ਹੈ। ਉੱਥੇ ਹਰ ਵਾਰੀ ਕੀ ਹੁੰਦਾ ਜੀ? ਪਿਆਲੇ ਉੰਡੇਲੇ ਗਏ, ਖੁਦਾ ਦੇ ਗਜ਼ਬ ਦਾ ਪਿਆਲਾ, ਫਲਾਣਾ ਪਿਆਲਾ ਉੰਡੇਲਿਆ ਗਿਆ, ਔਰ ਇੱਕ ਫਰਿਸ਼ਤੇ ਨੇ ਉੱਠਿਆ, ਉਹਨੇ ਫਲਾਣਾ ਪਿਆਲਾ ਉੰਡੇਲ ਦਿੱਤਾ। ਸੋ ਦਾ ਇਮੇਜ ਆਫ ਦਾ ਕੱਪ। ਠੀਕ ਹੈ, ਤੁਹਾਨੂੰ ਯਾਦ ਹੋਏਗਾ ਖੁਦਾਵੰਦ ਯਿਸੂ ਮਸੀਹ ਨੇ ਵੀ ਪਿਆਲੇ ਦਾ ਇਮੇਜ ਯੂਜ਼ ਕੀਤਾ ਵੇ। ਠੀਕ ਹੈ, ਖੁਦਾਵੰਦ ਯਿਸੂ ਮਸੀਹ ਨੇ ਜਦੋਂ ਸ਼ਾਇਰਬਾਨੀ ਅਸੀਂ ਲੈਨੇ ਆ, ਸ਼ੁਕਰਗੁਜ਼ਾਰੀ ਦਾ ਪਿਆਲਾ, ਓਕੇ, ਲੇਕਿਨ ਖੁਦਾ ਦੇ ਗਜ਼ਬ ਦਾ ਪਿਆਲਾ ਵੀ ਹੈ। ਯਿਸੂ ਮਸੀਹ ਯਹੋਨਾ ਦੇ ਵਿੱਚ 18 ਬਾਬ ਦੀ 11ਵੀਂ ਆਇਤ ਵਿੱਚ ਕਹਿੰਦੇ ਨੇ ਕਿ ਜੋ ਪਿਆਲਾ ਮੈਂ ਪੀਣ ਲੱਗਾ ਵਾਂ ਕੀ ਤੁਸੀਂ ਪੀ ਸਕਦੇ ਹੋ? ਦੈਟਸ ਅ ਕੁਐਸਚਨ। ਉਹਦੇ ਬਾਅਦ ਅਸੀਂ ਵੇਖਦੇ ਆ ਬਾਗ ਗਸਮਨੀ ਯਿਸੂ ਮਸੀਹ ਦੁਆ ਕੀਤੀ ਹੈ, ਐ ਬਾਪ ਅਗਰ ਹੋ ਸਕੇ तो ये प्याला मुझसे क्या हो जाए, डल जाए। सो द इमेज ऑफ द कप, प्याला ਜਿਹੜਾ ਵੇ ਬੜਾ ਪਾਵਰਫੁਲੀ ਯੂਜ਼ ਕੀਤਾ ਗਿਆ ਵੇ। ਸੋ ਲੇਕਿਨ ਜ਼ਬੂਰ ਨੂੰ ਇਸ ਕਹਿ ਰਿਹਾ ਜੀ ਕਿ ਸ਼ਰੀਰ ਜਿੰਨੇ ਨੇ ਨਾ,
ਐ ਖੁਦਾ ਦੇ ਹੱਥੋਂ ਖੁਦਾ ਦੀ ਅਦਾਲਤ ਔਰ ਕ੍ਰੋਧ ਦਾ ਪਿਆਲਾ ਨਿਚੋੜ ਕੇ ਪੀਣਗੇ। ਯਾਨੀ ਖੁਦਾ ਦੀ ਅਦਾਲਤ ਇੱਕ ਲਿੱਤਰ ਮੁੱਕੇਗਾ ਨਹੀਂ ਦੂਜਾ ਆਏਗਾ, ਉਧਰੋਂ ਦੂਜਾ ਮੁੱਕੇਗਾ ਨਹੀਂ ਤੀਜਾ ਆਏਗਾ, ਇਧਰੋਂ ਇੱਕ ਮੁਸੀਬਤ ਦੂਜੀ ਮੁਸੀਬਤ, देयर वाज अ होल बैक टू बैक ਚੀਜ਼ਾਂ ਜਿਹੜੀਆਂ ਨਾ ਆਉਂਦੀਆਂ ਰਹਿਣਗੀਆਂ। ਆਖਰੀ ਆਇਤ ਅਸੀਂ ਪੜਾਂਗੇ, ਆਂਦਾ ਲੇਕਿਨ ਹੁਣ ਨਾਓ ਅਗੇਨ ਹੁਣ ਕੌਮਾਂ ਤੋਂ ਫਿਰ ਪਰਸਨਲ ਤੇ ਆ ਗਿਆ। ਓਕੇ, ਆਂਦਾ ਲੇਕਿਨ ਮੈਂ ਲਿਵਾਈਟ ਜੂਇਸ਼ ਪ੍ਰਸਤਾਰ ਸੀਅਰ ਸਿੰਗਰ ਆਰਟਿਸਟ ਮਿਊਜ਼ੀਸ਼ੀਅਨ ਵਰਸ਼ਿਪਰ ਮੈਂ ਕੀ ਕਰਾਂਗਾ? ਆਂਦਾ ਮੈਂ ਤੇ ਖੁਦਾ ਦੀ ਕੀ ਕਰਾਂਗਾ? ਮਦਾ ਸਰਾਈ ਕਰਾਂਗਾ। ਆਂਦਾ ਮੈਂ ਮਸਤ ਮਲੰਗ ਰਵਾਂਗਾ, ਮੈਨੂੰ ਇਤਨਾ ਕੋਈ ਨਹੀਂ ਆਲੇ ਦੁਆਲੇ ਕੀ ਹੋਣ ਡਿਆ, ਠੀਕ ਹੈ ਨਾ। ਆਂਦਾ ਮੈਂ ਖੁਦਾ ਦੀ ਮਦਾ ਸਰਾਈ ਕਰਾਂਗਾ, ਕਿਉਂ? ਔਰ ਮੈਂ ਖੁਦਾ ਦਾ ਹਮੇਸ਼ਾ ਜ਼ਿਕਰ ਕਰਦਾ ਰਹਾਂਗਾ। ਤਾਂ ਵੇਖਿਆ ਵੀ ਪਹਿਲੀ ਆਇਤ ਦੇ ਵਿੱਚ ਉਹਨੇ ਕੀ ਦੋ ਲਫ਼ਜ਼ ਯੂਜ਼ ਕੀਤੇ ਨੇ, ਜ਼ਿਕਰ ਤੇ ਸ਼ੁਕਰ। Again he is winding up this psalm, ਆਂਦਾ ਮੈਂ ਖੁਦਾ ਦਾ ਜ਼ਿਕਰ ਕਰਦਾ ਰਹਾਂਗਾ ਔਰ ਮੈਂ ਖੁਦਾ ਦੀ ਮਦਦ ਸਰਾਈ ਕਰਦਾ ਰਹਾਂਗਾ। ਔਰ ਆਂਦਾ ਖੁਦਾ ਸ਼ਰੀਰਾਂ ਦੇ ਸਿੰਘ ਜਿਹੜੇ ਨੇ ਕੱਟ ਦੇਗਾ, ਲੇਕਿਨ ਸਾਧਕਾਂ ਦੇ ਸਿੰਘ, ਉਹਨਾਂ ਦੀ ਪਾਵਰ, ਉਹਨਾਂ ਦੀ ਪ੍ਰੈਸਟੀਜ, ਉਹਨਾਂ ਦੀ ਪੋਜੀਸ਼ਨ, ਖੁਦਾ ਉਹਨੂੰ ਹਮੇਸ਼ਾ ਕੀ ਰੱਖੇਗਾ? ਉਹਨੂੰ ਖੁਦਾ ਸਸਟੇਨ ਰੱਖੇਗਾ, ਉਹਨੂੰ ਖੁਦਾ ਕਾਇਮ ਰੱਖੇਗਾ। So that's the idea, that's the concept। ਖੁਦਾ ਸਾਨੂੰ ਸਾਰਿਆਂ ਨੂੰ ਹੰਬਲ ਹੋਣ ਦਾ, ਖੁਦਾ ਦਾ ਜ਼ਿਕਰ, ਖੁਦਾ ਦਾ ਸ਼ੁਕਰ ਕਰਨ ਦਾ ਔਰ ਖੁਦਾ ਦੇ ਹੱਥੋਂ ਸ਼ੁਕਰਗੁਜ਼ਾਰੀ ਦਾ ਪਿਆਲਾ ਲੈਣ ਦੀ ਜਿਹੜੀ ਨਾ ਉਹ ਖੁਦਾ ਸਾਨੂੰ ਤੌਫੀਕ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਖੁਦਾ ਆਪਣੀ ਮਦਦ ਸਰਾਈ ਕਰਨ ਦਾ ਫਜ਼ਲ ਦੇ। ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਾਂਗੀ ਕਿ ਅੰਕਲ ਜੋਸ਼ੂਆ ਸਾਡੇ ਨਾਲ ਸ਼ੇਅਰ ਕਰਨ ਜੋ ਵੀ ਸਵਾਲ, ਜੋ ਵੀ ਉਹਨਾਂ ਦੀ ਕਮੈਂਟਰੀ ਆ। ਮੈਂ ਇਸ ਦਾ ਥੀਮ ਲਿਆ ਕਿ because of God is the final judge, the table will be turned upon the wicked when arrogant people threaten as our security. We can be confident that God will automatically overdo and destroy them. The दूसरी आयत 75 2, God will act when he is ready. Children have a difficulty grasping the concept of time. It is not time yet is not a reason they easily understand, because they only comprehend the present. We cannot understand God's prospect about time, but we want everything now. God's timing is better. When God is ready, he will do what needs to be done, not what we would like him to do. We may be as impatient as children, but we must not doubt the wisdom of God's timings. Wait for God to reveal his plan. Don't take matters into your own hands. That's it. ਥੈਂਕ ਯੂ ਅੰਕਲ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਕਿ ਆਂਟੀ ਜੋਤੀ ਸਾਡੇ ਨਾਲ ਸ਼ੇਅਰ ਕਰਨ ਆਪਣੇ ਕਮੈਂਟਸ, ਆਪਣੇ ਸਵਾਲ। ਹਾਂਜੀ, ਕੋਈ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਮੈਨੂੰ ਇਹਦੀਆਂ ਸਾਰੀਆਂ ਆਇਤਾਂ ਵੈਸੇ ਬਹੁਤ ਪਾਵਰਫੁਲ ਨੇ, ਪਰ ਇਹਦੀ ਜਿਹੜੀ ਪਹਿਲੀ ਆਇਤ ਆ ਔਰ ਇਹਦੀ ਜਿਹੜੀ 6ਵੀਂ 7ਵੀਂ 8ਵੀਂ 9ਵੀਂ ਸਾਰੀਆਂ ਆਇਤਾਂ ਇਹ ਖੁਦਾ ਦੇ ਨਾਮ ਦੀ ਜਲਾਲ ਦੇਣ ਲਈ ਉਸਨੇ ਲਿਖੀਆਂ। ਪਹਿਲੀ ਆਇਤ ਕੀ, हे परमेश्वर ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਹਰ ਸਮੇਂ ਸਾਡੇ ਨੇੜੇ ਹੈ। ਕਿਉਂਕਿ ਇਸ ਦੇ ਵਿੱਚ ਉਸਨੇ ਪ੍ਰਭੂ ਦੇ ਅੱਗੇ ਇਹ ਬੇਨਤੀ ਕੀਤੀ ਹੈ ਕਿ ਖੁਦਾਵੰਦ ਪਰਮੇਸ਼ਵਰ ਕੀ ਅਸੀਂ ਤੇਰਾ ਹਰ ਇੱਕ ਗੱਲ ਦੇ ਇਸ ਦੇ ਵਿੱਚ ਉਸਦੇ ਧੰਨਵਾਦ ਦੀ ਭੇਟ ਇੱਕ ਤਰ੍ਹਾਂ ਉਸਨੇ ਚੜਾਈ ਹੈ ਕਿ ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਕਿ ਤੂੰ ਹਰ ਚੀਜ਼ ਦੇ ਨਾਲ, ਹਰ ਇੱਕ ਗੱਲ ਦੇ ਨਾਲ, ਹਰ ਇੱਕ ਸਾਡੀ ਪ੍ਰਾਰਥਨਾ ਸੁਣਨ ਲਈ ਸਾਡੇ ਕੋਲ ਹਮੇਸ਼ਾ ਰਹਿਣਾ ਹੈ ਔਰ ਲੋੜ ਤੇਰੇ ਅਦਭੁਤ ਕੰਮਾਂ ਬਾਰੇ ਦੱਸਦੇ ਹਨ। ਲੋਕੀ ਤੇਰੀਆਂ ਗੱਲਾਂ ਜੋ ਤੇਰੇ ਕੰਮ ਸੀ ਪ੍ਰਭੂ ਅਸੀਂ ਸੁਣਦੇ ਆਏ ਹਾਂ ਪਿੱਛੋਂ ਪੀੜ੍ਹੀ ਦਰ ਪੀੜ੍ਹੀ, ਔਰ ਅਸੀਂ ਤੇਰੇ ਹਰ ਇੱਕ ਉਸ ਕੰਮ ਨੂੰ ਜਾਣਦੇ ਹਾਂ ਜੋ ਤੂੰ ਸਾਡੇ ਲਈ ਕੀਤੇ ਖੁਦਾਵੰਦ ਨੇ। ਔਰ ਇਸ ਦੀ ਜਿਹੜੀ 8ਵੀਂ ਆਇਤ ਹੈ, ਪਰਮੇਸ਼ਵਰ ਹੀ ਨਿਆਂ ਕਰਤਾ ਹੈ, ਉਹ ਹੀ ਕਿਸੇ ਨੂੰ ਨੀਵਿਆਂ ਤੇ ਕਿਸੇ ਨੂੰ ਉੱਚਿਆਂ ਕਰਦਾ ਹੈ। ਪ੍ਰਭੂ ਹੀ ਸਭ ਕੁਝ ਕਰਨ ਵਾਲਾ ਹੈ, ਕਿਉਂਕਿ ਜੋ ਅਸੀਂ ਕਈ ਵੇਲੇ ਇਸ ਤਰ੍ਹਾਂ ਸੋਚ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਬਹੁਤ ਉੱਚਾ ਕਰ ਲੈਂਦੇ ਹਾਂ ਆਪਣੀਆਂ ਗੱਲਾਂ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ, ਪਰ ਖੁਦਾਵੰਦ ਕਹਿੰਦਾ ਹੈ ਕਿ ਮੈਂ ਜਿਸ ਨੂੰ ਵੀ ਚਾਹਾਂ ਮੈਂ ਉੱਚਾ ਕਰ ਸਕਦਾ, ਜਿਸ ਨੂੰ ਮੈਂ ਚਾਹਾਂ ਨੀਵਿਆਂ ਕਰ ਸਕਦਾ। ਜੇ ਸਾਡੀ ਅਸੀਂ ਪ੍ਰਭੂ ਦੇ ਰਾਹਾਂ ਤੇ ਨਹੀਂ ਚੱਲਦੇ, ਅਸੀਂ ਆਪਣੇ ਆਪ ਨੂੰ ਬਹੁਤ ਪ੍ਰਭੂ ਤੋਂ ਵੱਖਰਾ ਹੋ ਕੇ ਆਪਣੀ ਮਰਜ਼ੀ ਦੀਆਂ ਗੱਲਾਂ ਕਰਦੇ ਹਾਂ, ਤੇ ਪ੍ਰਭੂ ਉਸਦਾ ਸਾਨੂੰ ਇੱਕ ਤਰ੍ਹਾਂ ਨਾਲ ਸਾਨੂੰ ਉਸਦੀ ਸਾਡੇ ਲਈ ਇਹ ਆਇਤ ਇਸ ਲਈ ਲਿਖੀ ਗਈ ਹੈ ਕਿਉਂਕਿ ਅਸੀਂ ਜਾਣਦੇ ਰਹੀਏ ਕਿ ਪ੍ਰਭੂ ਹੀ ਨਿਆਂ ਕਰਤਾ ਹੈ ਔਰ ਉਹ ਸਾਨੂੰ ਨੀਵਿਆਂ ਵੀ ਕਰ ਸਕਦਾ ਹੈ ਔਰ ਸਾਨੂੰ ਉੱਚਿਆਂ ਵੀ ਕਰ ਸਕਦਾ ਹੈ। ਔਰ ਇਸ ਦੇ ਵਿੱਚ ਜਿਹੜਾ ਪਰ ਮੈਂ ਹਮੇਸ਼ਾ ਯਾਕੂਬ ਦੇ ਪਰਮੇਸ਼ਰ ਦੇ ਅਦਭੁਤ ਕੰਮਾਂ ਦਾ ਬਿਆਨ ਕਰਾਂਗਾ। ਉਸਨੇ ਖੁਦਾ ਨੂੰ ਹਮੇਸ਼ਾ ਯਾਦ ਰੱਖ ਕੇ ਉਸਦੇ ਕੰਮਾਂ ਨੂੰ, ਉਸਦੇ ਕੀਤੀਆਂ ਹੋਈਆਂ ਮਿਹਰਬਾਨੀਆਂ ਨੂੰ, ਉਸਦੀਆਂ ਆਸ਼ੀਸ਼ਾਂ ਬਰਕਤਾਂ ਨੂੰ ਯਾਦ ਕਰਦੇ ਹੋਏ ਕਹਿੰਦਾ ਪ੍ਰਭੂ ਮੈਂ ਹਮੇਸ਼ਾ ਤੈਨੂੰ ਇਸ ਨਾਲ ਸਾਰੀਆਂ ਦਿੱਤੀਆਂ ਹੋਈਆਂ ਆਸ਼ੀਸ਼ਾਂ ਲਈ ਹਮੇਸ਼ਾ ਤੇਰਾ ਧੰਨਵਾਦ ਕਰਾਂਗਾ, ਹਮੇਸ਼ਾ ਤੈਨੂੰ ਯਾਦ ਕਰਦਾ ਰਹਾਂਗਾ।
ਇਹ ਮੈਨੂੰ 2 ਆਇਤਾਂ ਖੁਦਾ ਦੇ ਬੰਦੇ ਜ਼ਬੂਰ ਵਿੱਚੋਂ ਬਹੁਤ ਚੰਗੀਆਂ ਲੱਗੀਆਂ। ਥੈਂਕ ਯੂ ਆਂਟੀ ਜੋਤੀ। ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਸਿੰਬਲ ਨੂੰ ਕਿ ਉਹ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨ। ਹਾਂਜੀ, ਸਭ ਤੋਂ ਪਹਿਲੇ ਤੇ ਪਾਦੀ ਸਾਹਿਬ ਥੈਂਕ ਯੂ ਸੋ ਮਚ ਫॉर ਬਿਊਟੀਫੁਲ ਰਿਫਲੈਕਸ਼ਨ। ਤੇ ਦੂਸਰਾ ਹੈ ਵੀ ਕਿ ਇਸ ਜ਼ਬੂਰ ਚ ਜਿਸ ਤਰ੍ਹਾਂ ਬ੍ਰਦਰ ਜਾਸ਼ੂਆ ਨੇ ਸਿਸਟਰ ਜੋਤੀ ਨੇ ਵੀ ਦੱਸਿਆ ਕਿ ਖੁਦਾਵੰਦ ਦੀ ਅਸੀਂ ਜਜਮੈਂਟ ਵੇਖਨੇ ਆ ਕਿ ਖੁਦਾਵੰਦ ਕਿਸ ਤਰ੍ਹਾਂ ਜੱਜ ਕਰੇਗਾ ਸਾਨੂੰ ਸਾਰਿਆਂ ਨੂੰ, ਔਰ ਖਾਸ ਤੌਰ ਤੇ ਜਿਹੜੇ ਮਗਰੂਰ ਨੇ ਉਹਨਾਂ ਦੇ ਨਾਲ ਖੁਦਾਵੰਦ ਕੀ ਕਰੇਗਾ। ਤੇ ਇਸ ਜ਼ਬੂਰ ਤੋਂ ਮੈਂ ਇਹ ਸਿੱਖਨੀ ਆ ਕਿ ਸਾਨੂੰ ਆਪਣੇ ਆਪ ਨੂੰ ਮਗਰੂਰ ਨਹੀਂ ਹੋਣ ਦੇਣਾ ਕਿਸੇ ਵੀ ਜ਼ਿੰਦਗੀ ਦੇ ਹਿੱਸੇ 'ਚ। ਕੁਛ ਲੋਕੀ ਆਪਣੀ ਖੂਬਸੂਰਤੀ ਤੋਂ ਮਗਰੂਰ ਹੁੰਦੇ ਨੇ, ਕੁਛ ਆਪਣੀ ਫਾਈਨੈਂਸ਼ੀਅਲ ਸਟੇਟਸ ਤੋਂ, ਤੇ ਕਿਸੇ ਵੀ ਚੀਜ਼ 'ਚ ਮਗਰੂਰੀ ਨਹੀਂ ਲੈ ਕੇ ਆਣੀ ਕਿਉਂਕਿ ਖੁਦਾਵੰਦ ਨੂੰ ਮਗਰੂਰੀ ਪਸੰਦ ਨਹੀਂ ਹੈ। ਔਰ ਬਾਰ-ਬਾਰ ਇਸ ਜ਼ਬੂਰ ਦੇ ਵਿੱਚ ਜ਼ਿਆਦਾ ਮਗਰੂਰੀ ਦਾ ਹੀ ਵਿਖਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਸ਼ਰੀਰ ਜਿਹੜਾ ਜਦੋਂ ਮਗਰੂਰ ਹੋ ਜਾਂਦਾ ਹੈ ਤੇ ਉਹ ਫਿਰ ਖੁਦਾਵੰਦ ਉਹਨੂੰ ਪਸੰਦ ਨਹੀਂ ਕਰਦਾ, ਔਰ ਖੁਦਾਵੰਦ ਉਹਨੂੰ ਅਜੀਬ ਤਰੀਕੇ ਨਾਲ ਖੁਦਾਵੰਦ ਉਹਨੂੰ ਥੱਲੇ ਲੈ ਆਉਂਦਾ ਹੈ, ਉਹਦੀ ਸਰਫਰਾਜ਼ੀ ਨੂੰ ਖਤਮ ਕਰ ਦਿੰਦਾ ਹੈ ਖੁਦਾਵੰਦ। ਤੇ ਸਾਨੂੰ ਆਪਣੇ ਆਪ ਨੂੰ ਹੰਬਲ ਬਣਾ ਕੇ ਰੱਖਣਾ ਚਾਹੀਦਾ ਹੈ, ਔਰ ਖੁਦਾਵੰਦ ਦੇ ਹੱਥ 'ਚ ਸਾਨੂੰ ਦੇ ਦੇਣਾ ਚਾਹੀਦਾ ਆਪਣੇ ਆਪ ਨੂੰ। ਖੁਦਾਵੰਦ ਤੁਹਾਨੂੰ ਸਭ ਨੂੰ ਬੜੀ ਬਰਕਤ ਦੇਵੇ। ਆਮੀਨ। ਹਾਂਜੀ, ਥੈਂਕ ਯੂ ਵੈਰੀ ਮਚ ਆਲ ਆਫ ਯੂ। ਔਰ ਇੱਕ ਪੁਆਇੰਟ ਜਿਹੜਾ ਕੰਕਲੂਡਿੰਗ ਜਿਹੜਾ ਫਾਈਨਲ ਥਾਟ ਹੈ ਉਹ ਇਹ ਵੇ ਕਿ ਤੁਸੀਂ ਵੇਖੋਗੇ ਕਿ ਇਹਦੇ ਵਿੱਚ ਜਿਹੜਾ ਵੇ ਨਾ, ਕਿਉਂਕਿ ਆਸਫ ਦਾ ਪ੍ਰਾਇਮਰੀ ਜਿਹੜੀ ਮਿਨਿਸਟਰੀ ਹੈ ਦੈਟ ਇਜ਼ ਵਰਸ਼ਿਪ ਰੀਡਿੰਗ, ਠੀਕ ਹੈ ਨਾ, ਗਾਨ ਵਜਾਨ ਦੇ ਜ਼ਰੀਏ ਔਰ ਗੀਤਾਂ ਦੇ ਜ਼ਰੀਏ ਔਰ ਜ਼ਰੀਏ ਖੁਦਾ ਦੀ ਹਮਦੋ ਸਨਾ ਜਿਹੜੀ ਹੈ। ਤੁਸੀਂ ਵੇਖੋਗੇ ਕਿ ਜ਼ਬੂਰ ਨੰਬਰ 75 ਸਾਨੂੰ ਵਰਸ਼ਿਪ ਦੀ ਡਾਇਰੈਕਸ਼ਨ ਦੱਸਣ ਡਿਆ ਵੇ। ਡਾਇਰੈਕਸ਼ਨ ਕੀ ਹੈ ਕਿ ਆਸਫ ਖੁਦਾ ਅੱਗੇ ਬੋਲਦਾ ਪਿਆ ਔਰ ਖੁਦਾ ਨੂੰ ਕੀ ਦੇ ਰਿਹਾ, ਜਵਾਬ ਦੇ ਰਿਹਾ ਵੇ। ਅਸਾਂ ਜ਼ਬੂਰਾਂ 'ਚ ਇੱਕ ਚੀਜ਼ ਹੋਰ ਸਿੱਖੀਏ ਕਿ ਵਰਸ਼ਿਪ ਦੇ 4 ਐਰੋਜ਼ ਹੁੰਦੇ ਨੇ, 4 ਡਾਇਰੈਕਸ਼ਨ ਨੇ। ਨੰਬਰ 1 ਸ਼ੁਰੂ ਹੁੰਦਾ ਵੇ ਪ੍ਰਾਇਮਰੀ ਇਨੀਸ਼ੀਏਟਰ ਇਬਾਦਤ ਦਾ ਖੁਦਾ ਵੇ, ਖੁਦਾ ਸਾਨੂੰ ਬੁਲਾਉਂਦਾ ਵੇ। ਅਗਰ ਖੁਦਾ ਸਾਨੂੰ ਨਾ ਬੁਲਾਏ ਅਸੀਂ ਕਦੇ ਵੀ ਖੁਦਾ ਦੇ ਹਜ਼ੂਰ 'ਚ ਨਹੀਂ ਆ ਸਕਦੇ ਕਿਉਂਕਿ ਸਾਡੀ ਇੰਨੀ ਹੈਸੀਅਤ ਹੀ ਕੋਈ ਨਹੀਂ ਹੈ, ਠੀਕ ਹੈ। ਸੋ ਖੁਦਾ ਸਾਨੂੰ ਬੁਲਾਉਂਦਾ ਵੇ। ਸੋ ਇਨੀਸ਼ੀਏਟਰ ਕੌਣ ਹੈ? ਖੁਦਾ ਆਗਾਜ਼ ਕਰਦਾ ਵੇ। ਅਸੀਂ ਐਜ਼ ਅ ਜਮਾਤ ਖੁਦਾ ਨੂੰ ਕੀ ਦਿੰਦੇ ਆ? ਜਵਾਬ ਦਿੰਦੇ ਆ, ਰਿਸਪੌਂਡ ਕਰਨੇ ਆ, ਠੀਕ ਹੈ। ਜਦੋਂ ਅਸੀਂ ਖੁਦਾ ਦੇ ਘਰ ਹੁੰਦੇ ਆ, ਖੁਦਾ ਦੇ ਲੋਕਾਂ ਨਾਲ ਮਿਲਦੇ ਆ, ਖੁਦਾ ਦੀ ਹਮਦੋ ਸਨਾ ਕਰਨੇ ਆ, ਦੈਟ ਇਜ਼ ਆਵਰ ਰਿਸਪੌਂਡ। ਅੱਛਾ, ਉਹਦੇ ਬਾਅਦ ਇੱਕ ਹੋਰ ਇਬਾਰਤ ਦਾ ਐਰੋ ਵੇ ਔਰ ਉਹ ਵੇ ਜਿਹੜਾ ਕਲੀਸਿਆ ਲਿਜਾਂਦਾ ਵੇ, ਯਾਨੀ ਅਸੀਂ ਇੱਕ ਦੂਜੇ ਨੂੰ ਵੀ ਕੀ ਕਰਨੇ ਆ? ਇਨਕਰੇਜ ਕਰਨੇ ਆ, ਠੀਕ ਹੈ ਨਾ। ਪੌਲੁਸ ਕਹਿੰਦਾ ਨਾ ਆਪਸ में जमा होने से बाज ना आओ, फिर कहता है आपस में मज़ामीर गीत है जब तुम जमा होते हो। सो इट मींस खुदा ने बुलाया वे, ਅਸੀਂ ਖੁਦਾ ਨੂੰ ਵੀ ਜਵਾਬ ਦਿੰਦੇ ਆ ਔਰ ਉਹਦੇ ਬਾਅਦ ਅਸੀਂ ਇੱਕ ਦੂਜੇ ਨੂੰ ਵੀ ਕੀ ਕਰਨੇ ਆ? ਇਨਕਰੇਜ ਕਰਨੇ ਆ ਜਦੋਂ ਅਸੀਂ ਮਿਲਨੇ ਆ, ਖੁਦਾ ਦੀ ਪ੍ਰਸਤਿਸ਼ ਰਲ ਕੇ ਇਬਾਦਤ ਕਰਨੇ ਆ। ਚੌਥਾ ਜਿਹੜਾ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਨੂੰ ਅਸੀਂ ਮਿਸ ਕਰ ਜਾਂਦੇ ਆ, ਉਹ ਪਤਾ ਕੀ ਹੈ? ਉਹ ਵੇ ਜਿਹੜਾ ਐਰੋ ਇੰਟਰਨਲ ਆ ਰਿਹਾ ਵੇ, ਜਿਹੜਾ ਮੈਂ ਆਪਣੀ ਸੋਲ ਦੇ ਨਾਲ ਗੱਲ ਕਰਨਾ, ਜਿਹੜੀ ਮੇਰੀ ਕੋਗਨੀਟਿਵ ਥੈਰੇਪੀ ਹੋ ਰਹੀ, ਮੇਰੀ ਸਪਿਰਿਟ ਜਿਹੜੀ ਖੁਦਾ ਨਾਲ ਕਨੈਕਟ ਹੋ ਰਹੀ ਹੈ, ਠੀਕ ਹੈ। ਉਹ ਵੀ ਸਾਨੂੰ ਜ਼ਬੂਰ ਦੱਸਦਾ ਵੇ, ਜ਼ਬੂਰ ਨਵੀਸ ਕੇ, ਕਿ ਅਸੀਂ ਜਦੋਂ ਖੁਦਾ ਨਾਲ ਕਨੈਕਟ ਹੁੰਨੇ ਆ ਔਰ ਉਹ ਕਿਵੇਂ ਵੇ? ਐ ਮੇਰੀ ਜਾਨ खुदा को मुबारक है, ऐ मेरी जान तू क्यों गिरी जाती है, तू क्यों परेशान है, ਠੀਕ ਹੈ। ਯਾਨੀ ਅਸੀਂ ਸੈਲਫ ਟਾਕ ਕਰਨੇ ਆ। ਸੋ ਥੀਸ ਆਰ 4 ਐਰੋ ਸਾਨੂੰ ਯਾਦ ਰੱਖਣੇ ਚਾਹੀਦੇ ਨੇ ਕਿ ਜ਼ਬੂਰਾਂ ਦੀ ਕਿਤਾਬ ਸਾਨੂੰ 4 ਹੀ ਐਰੋ ਦਿੰਦੀ ਹੈ। God is calling, we respond, we encourage and establish each other, and then we speak to ourselves and we grow in God's grace. ਖੁਦਾ ਸਾਨੂੰ ਸਾਰਿਆਂ ਨੂੰ ਆਪਣੇ ਫਜ਼ਲ ਵਿੱਚ ਵਰਨ ਦਾ ਫਜ਼ਲ ਬਖਸ਼ੇ। ਆਮੀਨ। Amen. Thank you, Pastor ਜੀ, ਇਸ ਰਿਫਲੈਕਸ਼ਨ ਲਈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਇਸ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਸ ਵੀਕਐਂਡ ਅਸੀਂ ਆਨਲਾਈਨ ਨਹੀਂ ਹੋਵਾਂਗੇ, ਬਟ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦੀ ਹਾਂ ਕਿ ਸਾਡਾ ਸੰਡੇ ਨੂੰ ਰਾਤ ਨੂੰ ਵੈਲੈਂਟਾਈਨਸ ਡੇ ਸਰਵਿਸ ਆ 5:30 PM ਨੂੰ। ਤੇ ਜੇ ਤੁਸੀਂ ਇਨ ਪਰਸਨ ਆਉਣਾ ਕੰਫਰਟੇਬਲ ਫੀਲ ਨਹੀਂ ਕਰਦੇ ਤੇ ਇਹ ਸਰਵਿਸ ਸਾਡੀ ਆਨਲਾਈਨ ਵੀ ਲਾਈਵ ਸਟ੍ਰੀਮ ਹੋਏਗੀ ਫੇਸਬੁੱਕ ਤੇ। ਐਂਡ ਫਿਰ ਇਸੇ ਤਰ੍ਹਾਂ ਮੰਡੇ ਨੂੰ ਫਿਰ ਅਸੀਂ ਤੁਹਾਡੇ ਨਾਲ ਮਿਲ ਕੇ ਆਸਫ ਦੇ ਜ਼ਬੂਰਾਂ ਨੂੰ ਕਵਰ ਕਰਾਂਗੇ। ਥੈਂਕ ਯੂ। ਥੈਂਕ ਯੂ। ਥੈਂਕ ਯੂ।